देखो राजे लास्ट टाइम आप पढ़िया सी संबंधक ते योजक आज ਉਹਦੇ MCQs ਕਰਨੇ ਸੀ ਇੱਕ ਵਾਰੀ ਚੈਪਟਰ ਥੋੜਾ ਜਿਹਾ ਰਿਵਾਈਜ਼ ਕਰ ਦਿੰਨੀ ਆ ਸੰਬੰਧਕ ਕੀ ਹੁੰਦਾ ਹੈ ਸੰਬੰਧਕ ਦਾ ਮਤਲਬ ਸੀ ਪ੍ਰੈਪੋਜੀਸ਼ਨ ਠੀਕ ਹੈ ਇੰਗਲਿਸ਼ ਦੇ ਵਿੱਚ ਇਹਨੂੰ ਪ੍ਰੈਪੋਜੀਸ਼ਨ ਕਹਿੰਦੇ ਇਟ ਇੰਡੀਕੇਟਸ ਅ ਰਿਲੇਸ਼ਨਸ਼ਿਪ ਬਿਟਵੀਨ ਨਾउन ਔਰ ਪ੍ਰੋਨਾउन ਜਿਹੜੀ ਨਾਂਵ ਤੇ ਪੜਨਾਂਵ ਦੇ ਵਿਚਕਾਰ ਰਿਲੇਸ਼ਨ ਨੂੰ ਇੰਡੀਕੇਟ ਕਰਦੀ ਉਹਨੂੰ ਆਪਾਂ ਪ੍ਰੈਪੋਜੀਸ਼ਨ ਕਹਿੰਦੇ ਆ ਇੰਗਲਿਸ਼ ਦੇ ਵਿੱਚ ਪ੍ਰੈਪੋਜੀਸ਼ਨ ਲਾਈਕ ਜਿਵੇਂ ਇਨ ਐਟ ਔਨ ਬਿਹਾਈਂਡ ਬਿਲੋ ਅੰਡਰ ਬਿਟਵੀਨ ਇਹ ਸਾਰੀਆਂ ਪ੍ਰੈਪੋਜੀਸ਼ਨਸ ਹੈ ਠੀਕ ਹੈ ਜੀ ਜ਼ਰੂਰੀ ਨਹੀਂ ਹੁੰਦਾ ਇਹ ਸਾਰੀਆਂ ਪ੍ਰੈਪੋਜੀਸ਼ਨ ਦਾ ਹੀ ਕੰਮ ਕਰਨ ਇੱਕ ਸਿੰਗਲ ਵਰਡ ਕੋਈ ਵੀ ਕੰਮ ਕਰ ਸਕਦਾ ਹੁੰਦਾ ਹੈ ਇਹ ਪਾਰਟਸ ਆਫ ਸਪੀਚ ਤੇ ਜਾ ਕੇ ਉਹਦੀ ਜਗ੍ਹਾ ਤੇ ਜਾ ਕੇ ਹੀ ਡਿਪੈਂਡ ਕਰਦਾ ਹੁੰਦਾ ਹੈ ਠੀਕ ਹੈ ਇਹ ਸਿੰਗਲ ਵਰਡ ਕੈਨ ਐਕਟ ਐਜ਼ ਐ ਨਾउन ਪ੍ਰੋਨਾउन ਵਰਬ ਐਡਵਰਬ ਐਡਜੈਕਟਿਵ ਪਰ ਆਪਾਂ ਇੱਥੇ ਗੱਲ ਕਰ ਰਹੇ ਹਾਂ ਪ੍ਰੈਪੋਜੀਸ਼ਨ ਦੀ ਸਿਰਫ ਇੰਨੀ ਯਾਦ ਰੱਖਣਾ ਇੰਗਲਿਸ਼ ਦੇ ਵਿੱਚ ਪ੍ਰੈਪੋਜੀਸ਼ਨ ਹੈ ਜਿਹੜੀ ਉਹ ਵਰਬ ਤੋਂ ਬਾਅਦ ਆਉਂਦੀ ਹੈ ਪੰਜਾਬੀ ਦੇ ਵਿੱਚ ਜਿਹੜੀ ਪ੍ਰੈਪੋਜੀਸ਼ਨ ਉਹ ਨਾਂਵ ਜਾਂ ਪੜਨਾਂਵ ਦੇ ਪਿੱਛੇ ਆਉਂਦੀ ਹੈ ਜਿਵੇਂ ਦੇਖੋ ਰਾਮ ਨੇ ਸੋਟੀ ਨਾਲ ਸੱਪ ਮਾਰਿਆ ਰਾਮ ਕੀ ਹੋ ਗਿਆ ਨਾਂਵ ਰਾਮ ਨੇ ਟੂ ਪ੍ਰੈਪੋਜੀਸ਼ਨ ਆ ਗਈ ਸੋਟੀ ਨਾਲ ਠੀਕ ਹੈ ਜੀ ਵਿਦ ਪ੍ਰੈਪੋਜੀਸ਼ਨ ਆ ਗਈ ਸੋਟੀ ਦਾ ਨਾਮ ਹੀ ਹੋ ਗਿਆ ਪੰਜਾਬੀ ਦੇ ਵਿੱਚ ਪ੍ਰੈਪੋਜੀਸ਼ਨ ਮਤਲਬ ਸੰਬੰਧਕ ਹੈ ਜਿਹੜਾ ਉਹ ਨਾਂਵ ਜਾਂ ਪੜਨਾਂਵ ਤੋਂ ਬਾਅਦ ਆਉਂਦਾ ਹੈ ਜਿਵੇਂ ਜੇ ਮੈਂ ਕਹਾਂ ਰਾਮ ਨੇ ਜਾਂ ਮੈਂ ਕਹਾਂ ਉਸਨੇ ਹਨਾ ਉਸਨੇ ਤਾਂ ਪ੍ਰੋਨਾउन ਹੋ ਗਿਆ ਪੜਨਾਂਵ ਹੋ ਗਿਆ ਤਾਂ ਮਤਲਬ ਪੰਜਾਬੀ ਦੇ ਵਿੱਚ ਜਿਹੜਾ ਪ੍ਰੈਪੋਜੀਸ਼ਨ ਹੈ ਸੰਬੰਧਕ ਹੈ ਨਾਂਵ ਜਾਂ ਪੜਨਾਂਵ ਤੋਂ ਬਾਅਦ ਆਉਂਦਾ ਤੇ ਇੰਗਲਿਸ਼ ਦੇ ਵਿੱਚ ਵਰਬ ਤੋਂ ਬਾਅਦ ਆਉਂਦਾ ਹੈ ਜ਼ਿਆਦਾ ਚੰਗੀ ਤਰ੍ਹਾਂ ਸਮਝਣ ਲਈ ਪਿਛਲੀ ਵੀਡੀਓ ਦੇਖ ਲੈਣਾ ਉਸ ਤੋਂ ਬਾਅਦ ਸੰਬੰਧਕ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਤਿੰਨ ਹੁੰਦੀਆਂ ਪੂਰਨ ਅਪੂਰਨ ਤੇ ਦੁਬਾਜਰੇ ਠੀਕ ਹੈ ਸੰਬੰਧਕ ਦੀਆਂ ਤਿੰਨ ਕਿਸਮਾਂ ਨੇ ਪੂਰਨ ਅਪੂਰਨ ਤੇ ਦੁਬਾਜਰੇ ਜੇ ਮੈਂ ਕਹਾਂ ਰਾਜੀਵ ਕੋਲ ਪੁਸਤਕ ਹੈ ਜੇ ਮੈਂ ਕਹਾਂ ਰਾਜੀਵ ਦੇ ਕੋਲ ਪੁਸਤਕ ਹੈ ਜਿਹੜਾ ਪੂਰਨ ਸੰਬੰਧਕ ਹੁੰਦਾ ਉਹਦੀ ਨਿਸ਼ਾਨੀ ਹੁੰਦੀ ਹੈ ਦਾਦੇ ਦੀ ਨਾਨੇ ਨੂੰ ਮਤਲਬ ਦਾ ਦੇ ਦੀ ਨਾਨੇ ਨੂੰ ਠੀਕ ਹੈ ਦਾਦੇ ਦੀ ਨਾਨੇ ਨੂੰ ਬਸ ਇੰਨਾ ਹੀ ਯਾਦ ਰੱਖਣਾ ਕਦੇ ਵੀ ਕਿਸੇ ਵੀ ਵਾਕ ਦੇ ਵਿੱਚ ਅਪੂਰਨ ਆੜੇ ਵਾਲਾ ਅਪੂਰਨ ਕਦੇ ਕੱਲਾ ਨਹੀਂ ਆਂਦਾ ਹੁੰਦਾ ਹਮੇਸ਼ਾ ਪੂਰਨ ਦੇ ਨਾਲ ਹੀ ਆਂਦਾ ਹੈ ਜੇ ਮੈਂ ਕਹਾਂ ਰਾਜੀਵ ਦੇ ਕੋਲ ਪੁਸਤਕ ਹੈ ਦੇ ਤਾਂ ਪੂਰਨ ਹੋ ਗਿਆ ਕੋਲ ਅਪੂਰਨ ਹੋ ਗਿਆ ਦੇ ਕੋਲ ਦੋਵੇਂ ਦੁਬਾਜਰੇ ਬਣ ਜਾਣਗੇ ਜੇ ਮੈਂ ਕਹਾਂ ਰਾਜੀਵ ਕੋਲ ਪੁਸਤਕ ਹੈ ਹੁਣ ਕੋਲ ਅਪੂਰਨ ਨਹੀਂ ਹੈਗਾ ਹੁਣ ਕੋਲ ਪੂਰਨ ਬਣ ਗਿਆ ਕਿਉਂਕਿ ਕਦੇ ਵੀ ਕਿਸੇ ਵੀ ਵਾਕ ਦੇ ਵਿੱਚ ਕਦੇ ਵੀ ਅਪੂਰਨ ਨਹੀਂ ਆਂਦਾ ਹੁੰਦਾ ਠੀਕ ਹੈ ਜੀ ਇਹਦੇ ਸੰਬੰਧ ਵਿੱਚ ਆਪਾਂ ਸਿਰਫ ਇੰਨੀ ਗੱਲ ਪੜ੍ਹੀ ਸੀ ਉਸ ਤੋਂ ਬਾਅਦ ਬੁਕਿਸ਼ ਲੈਂਗੁਏਜ ਦੇ ਹਿਸਾਬ ਨਾਲ ਜੋ ਡੈਫੀਨੇਸ਼ਨ ਕਰਨੀਆਂ ਪੈਂਦੀਆਂ ਉਦਾਂ ਆਪਾਂ ਕੀਤੀਆਂ ਸੀ ਠੀਕ ਹੈ ਸੰਬੰਧਕ ਦੀਆਂ ਤਿੰਨ ਕਿਸਮਾਂ ਨੇ ਪੂਰਨ ਅਪੂਰਨ ਤੇ ਦੁਬਾਜਰੇ ਰਾਜੀਵ ਕੋਲ ਪੁਸਤਕ ਹੈ ਕੋਲ ਪੂਰਨ ਹੈ ਰਾਜੀਵ ਦੇ ਕੋਲ ਪੁਸਤਕ ਹੈ ਦੇ ਪੂਰਨ ਹੈ ਕੋਲ ਅਪੂਰਨ ਹੈ ਦੋਵੇਂ ਦੁਬਾਜਰੇ ਹੋ ਬਸ ਇੰਨੀ ਗੱਲ ਉਸ ਤੋਂ ਬਾਅਦ ਯੋਜਕ ਕਰਿਆ ਸੀ ਮੈਂ ਤੁਹਾਨੂੰ ਕਿਹਾ ਸੀ ਇਹਨੂੰ ਸਮਝਣਾ ਥੋੜਾ ਜਿਹਾ ਔਖਾ ਆ ਜਾਂਦਾ ਹੈ ਅੱਛਾ ਪੂਰਨ ਅਪੂਰਨ ਦੁਬਾਜਰੇ ਤਾਂ ਹੋ ਗਿਆ ਠੀਕ ਹੈ ਜੀ ਸੰਬੰਧਕ ਦੀਆਂ ਕਿਸਮਾਂ ਔਰ ਜੇ ਬੰਤਰ ਦੇ ਆਧਾਰ ਤੇ ਆ ਜਾਣ ਫਿਰ ਵੀ ਆਪਾਂ ਤਿੰਨ ਹੀ ਕਰਨੀਆਂ ਹੁੰਦੀਆਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਸੰਬੰਧੀ ਫਿਰ ਮੈਂ ਕਿਹਾ ਸੀ ਸੰਬੰਧਕ ਫਿਰ ਮੈਂ ਕਿਹਾ ਸੀ ਸੰਬੰਧਮਾਨ ਜਿੱਥੇ ਤੁਹਾਨੂੰ ਪ੍ਰੈਪੋਜੀਸ਼ਨ ਪੰਜਾਬੀ ਦੇ ਵਿੱਚ ਨਜ਼ਰ ਆ ਗਈ ਨੇ ਨਾ ਨੂੰ ਇਸ ਤਰ੍ਹਾਂ ਦਾ ਕੋਈ ਵੀ ਜਿਵੇਂ ਰਾਮ ਨੇ ਰੋਟੀ ਖਾਧੀ ਮੈਂ ਕਹਾਂ ਇਹਦੇ ਵਿੱਚੋਂ ਮੈਨੂੰ ਸੰਬੰਧਕ ਦੱਸੋ ਕਿਹੜਾ ਨੇ ਸੰਬੰਧਕ ਹੋ ਗਿਆ ਨੇ ਪ੍ਰੈਪੋਜੀਸ਼ਨ ਹੋ ਗਈ ਜਿਹੜਾ ਪ੍ਰੈਪੋਜੀਸ਼ਨ ਤੋਂ ਪਹਿਲਾਂ ਵਾਲਾ ਅੱਖਰ ਹੁੰਦਾ ਸੰਬੰਧੀ ਹੁੰਦਾ ਜਿਹੜਾ ਬਾਅਦ ਵਾਲਾ ਹੁੰਦਾ ਸੰਬੰਧਮਾਨ ਹੁੰਦਾ ਸੰਬੰਧੀ ਬਾਣ ਦੇ ਕਿੰਨੇ ਸਪੈਲਿੰਗ ਹੁੰਦੇ ਆ ਤਿੰਨ ਸੰਬੰਧਕ ਬਾਣ ਦੇ ਕਿੰਨੇ ਹੋ ਗਏ ਚਾਰ ਸੰਬੰਧਮਾਨ ਕਿੰਨੇ ਸਪੈਲਿੰਗ ਹੋ ਗਏ ਪੰਜ ਸੰਬੰਧਕ ਕਿਹਨੂੰ ਕਹਿੰਦੇ ਆ ਪ੍ਰੈਪੋਜੀਸ਼ਨ ਜਿਹੜਾ ਪ੍ਰੈਪੋਜੀਸ਼ਨ ਤੋਂ ਪਹਿਲਾਂ ਵਾਲਾ ਹੋਏਗਾ ਸੰਬੰਧੀ ਹੋ ਗਿਆ ਤਿੰਨ ਅੱਖਰਾਂ ਵਾਲਾ ਹੋ ਗਿਆ ਫਿਰ ਪ੍ਰੈਪੋਜੀਸ਼ਨ ਆ ਗਈ ਸੰਬੰਧਕ ਚਾਰ ਅੱਖਰਾਂ ਵਾਲਾ ਫਿਰ ਸੰਬੰਧਮਾਨ ਹੋ ਜਾਏਗਾ ਹਨਾ ਪੰਜ ਅੱਖਰਾਂ ਵਾਲਾ ਕਲੀਅਰ ਜੀ ਫਿਰ ਕੀ ਹੋ ਜਾਏਗਾ ਆਪਣੇ ਕੋਲੇ ਪੰਜ ਅੱਖਰਾਂ ਵਾਲਾ ਉਹਨੂੰ ਸੰਬੰਧਮਾਨ ਫਿਰ ਉਸ ਤੋਂ ਬਾਅਦ ਰੂਪ ਦੇ ਆਧਾਰ ਤੇ ਰੂਪ ਲਿਖਣ ਲੱਗਿਆ ਦੋ ਸਪੈਲਿੰਗ ਦੀ ਵਰਤੋਂ ਕਰਦੇ ਆ ਰ ਤੇ ਪੱਪਾ ਹਨਾ ਰੂਪ ਦੇ ਆਧਾਰ ਤੇ ਸੰਬੰਧਕ ਦੋ ਤਰ੍ਹਾਂ ਦਾ ਹੁੰਦਾ ਵਿਕਾਰੀ ਤੇ ਅਵਿਕਾਰੀ ਜਿੰਦਾ ਰੂਪ ਬਦਲ ਜਾਵੇ ਉਹਨੂੰ ਵਿਕਾਰੀ ਕਹਿੰਦੇ ਆ ਜਿੰਦਾ ਨਾ ਬਦਲੇ ਉਹਨੂੰ ਅਵਿਕਾਰੀ ਠੀਕ ਹੈ ਜੀ ਉਹਨੂੰ ਅਵਿਕਾਰੀ ਕਹਾਂ ਉਸ ਤੋਂ ਬਾਅਦ ਯੋਜਕ ਜਿਹੜਾ ਪੜ੍ਹਨਾ ਔਖਾ ਹੁੰਦਾ ਏ ਪਰ ਕਰਨਾ ਬੜਾ ਸੌਖਾ ਹੁੰਦਾ ਐਮਸੀਕਿਊਜ਼ ਇਹਦੇ ਸੌਖੇ ਹੁੰਦੇ ਆ ਠੀਕ ਹੈ ਇਹਦੀ ਥਿਊਰੀ ਸਾਰੀ ਕਰਾ ਹੀ ਦਿੱਤੀ ਸੀ ਮੈਂ ਤੁਹਾਨੂੰ ਫਿਰ ਵੀ ਇੱਕ ਵਾਰੀ ਔਰਲੀ ਦੁਬਾਰਾ ਯਾਦ ਕਰਾ ਦਿੰਨੀ ਆ ਠੀਕ ਹੈ ਜੀ ਡਿਸਕ੍ਰਾਈਬ ਕਰ ਦਿੰਨੀ ਆ ਯੋਜਕ ਮੀਨਸ ਕੰਜੰਕਸ਼ਨ ਸੌਰੀ ਠੀਕ ਹੈ ਜੀ ਜੁਆਇਨਿੰਗ ਵਰਡ ਕੰਬਾਈਨਡ ਵਰਡ ਕੰਬਾਈਨਡ ਸੈਂਟੈਂਸ ਠੀਕ ਹੈ ਇੰਗਲਿਸ਼ ਦੇ ਵਿੱਚ ਇਹਨੂੰ ਕੰਜੰਕਸ਼ਨ ਕਹਿੰਦੇ ਆ ਕੰਜੰਕਸ਼ਨ ਇਜ਼ ਅ ਵਰਡ ਵਿਚ ਜੁਆਇਨਸ ਟੂ ਔਰ ਮੋਰ ਦੈਨ ਟੂ ਵਰਡਸ ਸੈਂਟੈਂਸਸ ਕਲਾਸਿਸ ਔਰ ਫਰੇਜ਼ਸ ਜਿਹੜਾ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਵਾਕਾਂ ਨੂੰ ਫਰੇਜ਼ ਨੂੰ ਕਲਾਸ ਨੂੰ ਆਪਸ ਵਿੱਚ ਜੋੜੇ ਉਹਨੂੰ ਯੋਜਕ ਕਹਿੰਦੇ ਆ ਸਭ ਤੋਂ ਵਫਾਦਾਰ ਟੌਪਿਕ ਇਹ ਹੁੰਦਾ ਹੈ
ਇਹ ਬਰਾਬਰੀ ਦਾ ਦਰਜਾ ਰੱਖਦਾ ਹੈ। ਨਾਂਵ ਨੂੰ ਨਾਂਵ ਨਾਲ जोड़दा है, पड़नाव ਨੂੰ ਪੜਨਾਂਵ ਨਾਲ जोड़दा है, ਕਿਰਿਆ ਨੂੰ ਕਿਰਿਆ ਨਾਲ जोड़दा है, ठीक है। फिनाइट्स ਨੂੰ फिनाइट ਨਾਲ, नॉन फिनाइट ਨੂੰ नॉन फिनाइट ਦੇ ਨਾਲ जोड़दा है, जैरन ਨੂੰ जैरन ਨਾਲ, पार्टिसिपल ਨੂੰ पार्टिसिपल ਦੇ ਨਾਲ ਬਰਾਬਰੀ ਦਾ ਦਰਜਾ ਰੱਖਦਾ ਹੈ, ਭੇਦਭਾਵ ਨਹੀਂ ਕਰਦਾ। ਇਹਦੀ ਦੋ ਤਰੀਕੇ ਨਾਲ ਵੰਡ ਹੁੰਦੀ ਹੈ, ਇੱਕ ਅਰਥ ਦੇ ਪੱਖ ਤੋਂ ਹੁੰਦੀ, ਦੂਜੀ ਰੂਪ ਦੇ ਪੱਖ ਤੋਂ ਹੁੰਦੀ ਹੈ। ਅਰਥ ਦੇ ਪੱਖ ਤੋਂ ਦੋ ਤਰ੍ਹਾਂ ਦਾ ਹੁੰਦਾ, ਸਮਾਨ ਯੋਜਕ ਤੇ ਅਧੀਨ ਯੋਜਕ। ਰੂਪ ਦੇ ਪੱਖ ਤੋਂ ਗਹਿਰਾ ਯੋਜਕ ਤੇ ਸੰਯੁਕਤ ਯੋਜਕ। ਠੀਕ ਹੈ ਜੀ। ਜਿਹੜੇ ਵਾਕ ਵਿੱਚ ਇੱਕੋ ਯੋਜਕ ਹੋਵੇ ਉਹਨੂੰ ਗਹਿਰਾ ਯੋਜਕ ਕਹਿੰਦੇ ਆ। ਇੱਕ ਤੋਂ ਵੱਧ ਲੱਗਿਆ ਹੋਵੇ, ਜਿਵੇਂ ਤਾਂ ਜੋ, ਵੱਧ ਸ਼ਬਦਾਂ ਦਾ ਬਣਿਆ ਹੋਵੇ, ਤਾਂ ਜੋ, ਤਦੇ, ਤਾਂ, ਇਸ ਲਈ, ਠੀਕ ਹੈ, ਜੋ, ਸੋ, ਉਹ ਸੰਯੁਕਤ ਯੋਜਕ ਹੋ ਜਾਂਦੇ ਆ। ਅਰਥ ਦੇ ਪੱਖ ਤੋਂ ਦੋ ਤਰ੍ਹਾਂ ਦਾ ਹੁੰਦਾ, ਸਮਾਨ ਯੋਜਕ ਤੇ ਅਧੀਨ ਯੋਜਕ। ਸਮਾਨ ਯੋਜਕ 4 ਤਰ੍ਹਾਂ ਦਾ ਹੁੰਦਾ, ਅਧੀਨ ਯੋਜਕ 7 ਤਰ੍ਹਾਂ ਦਾ ਹੁੰਦਾ। ਇਹਦੀ ਐਕਸਪਲੇਨੇਸ਼ਨ ਆਪਾਂ ਕਰ ਲਈ ਸੀ। ਹੁਣ ਮੈਂ ਟੈਸਟ ਸ਼ੁਰੂ ਕਰਨ ਲੱਗੀ ਆ। ਜਿਹੜੇ ਨਵੇਂ ਸਟੂਡੈਂਟ ਨੇ ਉਹਨਾਂ ਨੇ ਘਬਰਾਣਾ ਨਹੀਂ, ਆਪਦੀ ਕਾਮਨ ਸੈਂਸ ਦੇ ਬੇਸ ਤੇ ਜਿੰਨਾ ਵੀ ਸੁਣਿਆ ਉਹਦੇ ਆਧਾਰ ਤੇ ਆਨਸਰ ਦੇਣਾ ਹੈ, ਗਲਤ ਜਾਂ ਸਹੀ ਜਿੱਦਾਂ ਵੀ ਸਹੀ ਲੱਗੇ। ਨਹੀਂ ਤਾਂ ਇਸ ਤੋਂ ਪਹਿਲਾਂ ਤੁਸੀਂ ਪਿਛਲੀ ਵੀਡੀਓ ਵੇਖ ਲੈਣਾ, ਤੁਹਾਨੂੰ ਡੈਫੀਨੇਟਲੀ ਕਰਨਾ ਆ ਜਾਏਗਾ, 100% ਗਾਰੰਟੀ ਆਏਗਾ ਹੀ ਆਏਗਾ। ਚਲੋ ਹੁਣ ਪੂਰਾ એનર્ਜੀ ਲੈਵਲ ਦਿਖਾਣਾ ਹੈ, ਫਿਰ ਉਸ ਤੋਂ ਬਾਅਦ ਆਪਾਂ ਅਗਲਾ ਚੈਪਟਰ ਕਰਾਂਗੇ, ਫਿਰ ਉਹਦੇ ਐਮਸੀਕਿਊਜ਼ ਕਰਾਂਗੇ। ਇਹ ਆਪਣਾ ਪਰਸੋਂ ਵਾਲਾ ਕੰਮ ਪੈਂਡਿੰਗ ਸੀ। ਚਲੋ ਵਾਹਿਗੁਰੂ ਜੀ। ਹਰਪ੍ਰੀਤ ਅਤੇ ਮਨਪ੍ਰੀਤ ਪੜ ਰਹੇ ਹਨ, ਹੇਠ ਲਿਖੇ ਵਾਕ ਵਿੱਚ ਯੋਜਕ ਚੁਣੋ। ਚਲੋ ਫਟਾਫਟ ਹਰੀ ਅਪ। ਹਾਂ ਕੀ ਬਾਤ ਹੈ, ਪਹਿਲੇ ਦਾ ਆਨਸਰ ਹੀ ਆ ਗਿਆ, ਬੀ ਆਪਸ਼ਨ। ਅਤੇ ਮਾਂ-ਬਾਪ ਦੀ ਸੇਵਾ ਕਰੋ, ਵਾਕ ਦੇ ਵਿੱਚ ਦੀ ਸ਼ਬਦ ਕਿਹੜੀ ਕਿਸਮ ਦਾ ਹੈ? ਦੀ ਸ਼ਬਦ ਕਿਹੜੀ ਕਿਸਮ ਦਾ ਹੈ? ਮਾਂ-ਬਾਪ ਦੀ ਸੇਵਾ ਕਰੋ, ਮਾਂ-ਬਾਪ ਦੀ ਸੇਵਾ ਕਰੋ, ਵਾਕ ਵਿੱਚ ਦੀ ਸ਼ਬਦ ਕਿਹੜੀ ਕਿਸਮ ਦਾ ਹੈ? ਦੂਸਰੇ ਦਾ ਦਾਦੇ ਦੀ ਨਾਨੇ ਨੂੰ ਕੀ ਹੈ? ਦੂਜੇ ਦਾ ਪਹਿਲੀ ਆਪਸ਼ਨ ਬੱਚੇ ਪੂਰਨ, ਠੀਕ ਹੈ। ਦੂਜੇ ਦਾ ਫਸਟ ਆਪਸ਼ਨ, ਠੀਕ ਹੈ, ਦੁਬਾਜਰੇ ਨਹੀਂ। ਜੇ ਦੀ ਤੇ ਸੇਵਾ ਦੋਵੇਂ ਦੁਬਾਜਰੇ ਹੋ ਜਾਣੇ ਸੀ, ਕੱਲਾ ਦੀ ਆਪਣੇ ਕੋਲੇ ਪੂਰਨ ਹੈ, ਪੂਰਨ ਸੰਬੰਧਕ ਹੈ। 3 ਨੰਬਰ ਰੂਪ ਦੇ ਆਧਾਰ ਤੇ ਸੰਬੰਧਕ ਚੁਣੋ, ਰੂਪ ਦੇ ਆਧਾਰ ਤੇ ਸੰਬੰਧਕ ਚੁਣੋ। ਤੀਸਰੇ ਦਾ ਹਾਂ, ਤੀਸਰੇ ਦਾ ਰਣਜੀਤ ਦਾ ਆंसर ਸਭ ਤੋਂ ਪਹਿਲੇ ਆਇਆ, ਕੀ ਬਾਤ ਹੈ, ਸੀ ਆਪਸ਼ਨ, ਵਿਕਾਰੀ ਤੇ ਅਵਿਕਾਰੀ। ਰੂਪ ਦੇ ਆਧਾਰ ਤੇ ਫਿਰ ਨਵਨੀਤ ਦਾ ਆਇਆ, ਫਿਰ ਸਿਮਰਨਜੀਤ ਦਾ, ਬਿਲकुल सही, क्या बात है, बहुत अच्छा। फटाफट हरी अब, आंसर नहीं रुकने चाहिए। लवप्रीत जी क्यों लेट आ रहे आंसर? फिर लवप्रीत दा, फिर सुरजीत दा, ठीक है जी। 4 नंबर संबंधक चुनो, प्रैपोजिशन चुनो इनदे विचों। चौथे दा क्वेश्चन नंबर 4 दा बिल्कुल सही है, अमन बराड़ जी बिल्कुल सही है। 4 नंबर का आंसर दियो, इनदे विचों प्रैपोजिशन सुनो। हाँ बिल्कुल सही, क्या बात है सिमरन, लवप्रीत, अमन, मीनू, परवीन, सी ऑप्शन, दादे दी नाने नू, ठीक है। 5 नंबर, भावे वो गरीब है फिर भी खुला दिल है, वाक अधीन योजक की केड़ी किस्म है? चलो बताओ भाई, अधीन योजक की केड़ी किस्म है? 5वें दा डी ऑप्शन, क्या बात है, बहुत अच्छा रंजीत जी, डी ऑप्शन विरोधवाचक, ठीक है। भावे वो गरीब है फिर भी खुले दिल दा है। 6वें दा ने नू तो राही लई केड़ा संबंधक है? हाँ, ने नू तो राही लई केड़ा संबंधक है? 6वें दा क्वेश्चन नंबर 6 दा, क्या बात है पूनम जी, बिल्कुल सही है। 6वें दा जल्दी जल्दी, 6वें दा सी ऑप्शन बच्चे गलत है, वो दादे दी नाने नू है, ये ने नू तो राही। 6वें दा दूजी ऑप्शन अविकारी, ठीक है। मैं क्या सी ना विचों, मतलब तो जो तो दी सेंस आ जाए, भुलना नहीं, एक दिन छुट्टी सी विच भुल गए, है ना। 6वें दा दूजी ऑप्शन अविकारी। 7वें दा क्वेश्चन नंबर 7 अपूर्ण संबंधक चुनो, अपूर्ण संबंधक चुनो। क्वेश्चन नंबर 7 दा बताओ भाई, क्वेश्चन नंबर 7 फटाफट। क्वेश्चन नंबर 7 दा दूसरी ऑप्शन, कोल दूर बार सामने, है ना। राजीव दे कोल पुस्तक है, दादे दी नाने नू तां की हो जाएगा पूर्ण, उस तो बाद कोल दूर बार सामने उत्ते की हो जाएंगे अपूर्ण। जे वाक विच इकल्ले आ जांदे तां यही पूर्ण बन जांदे है, क्योंकि कदे भी किसी भी वाक दे विच अपूर्ण कल्ला नहीं हुंदा। बनतर दे आधार ते संबंधक, चलो बई 8वें दा बनतर दे आधार ते संबंधक। क्वेश्चन नंबर 8 दा व्हाट विल बी द आंसर ऑफ क्वेश्चन नंबर 8? हाँ 8वें दा दूजी ऑप्शन, क्या बात है रंजीत दा आंसर सब तो पहले आ रहा, सिमरन, अमन बरार, पूनम, सुरजीत दूसरे नंबर ते। कहां चले गए परवीन, बताओ भाई आंसर दूजे दा।
8वें ਦਾ ਦੂਜਾ, ਸਾਡਾ ਸਕੂਲ ਸਾਡੇ ਘਰ ਦੇ ਨੇੜੇ ਹੈ। ਸਾਡਾ ਸਕੂਲ ਸਾਡੇ ਘਰ ਦੇ ਨੇੜੇ ਹੈ। 9वें ਦਾ क्वेश्चन नंबर 9वें ਦਾ सी ऑप्शन बिल्कुल सही, दुबाजरे। अच्छा, ਜਿਹੜੇ ਬੱਚੇ ਨਵੇਂ ਜੁੜੇ ਇਸੇ क्वेश्चन ਤੋਂ ਦੁਬਾਰਾ ਸਮਝੋ। ਜਿਹੜੀ ਗੱਲ ਮੈਂ ਤੁਹਾਨੂੰ ਕਿਹਾ, ਸੰਬੰਧਕ ਤਿੰਨ ਤਰ੍ਹਾਂ ਦਾ ਹੁੰਦਾ ਹੈ, ਪੂਰਨ, ਅਪੂਰਨ ਤੇ ਦੁਬਾਜਰੇ। ਪੂਰਨ ਦੀ ਨਿਸ਼ਾਨੀ ਹੁੰਦੀ ਦਾਦੇ ਦੀ ਨਾਨੇ ਨੂੰ। ਜਿਹੜਾ ਦੇ ਸ਼ਬਦ ਹੈ ਪੂਰਨ ਹੈ, ਨੇੜੇ ਆਪਣੇ ਕੋਲੇ ਅਪੂਰਨ ਹੈ, ਠੀਕ ਹੈ ਜੀ, ਦੋਵੇਂ ਦੁਬਾਜਰੇ ਨੇ। ਤੇ ਜੇ ਵਾਕ ਦੇ ਵਿੱਚ ਦੇ ਹੁੰਦਾ ਹੀ ਨਾ, ਕੱਲਾ ਨੇੜੇ ਹੁੰਦਾ, ਫਿਰ ਇਹਨੇ ਅਪੂਰਨ ਨਹੀਂ ਹੋਣਾ ਸੀ, ਇਹਨੇ ਪੂਰਨ ਬਣ ਜਾਣਾ ਸੀ, ਕਿਉਂਕਿ ਕਦੇ ਵੀ ਕਿਸੇ ਵੀ ਵਾਕ ਦੇ ਵਿੱਚ ਕੱਲਾ ਅਪੂਰਨ ਨਹੀਂ ਆਂਦਾ ਹੁੰਦਾ। ਕਲੀਅਰ? ਚਲੋ 10 ਨੰਬਰ क्वेश्चन ਤੇ ਆਓ। 10 ਨੰਬਰ क्वेश्चन ਤੇ ਵਾਕ ਵਿਚਲੇ ਉਹ ਸ਼ਬਦ ਜੋ ਨਾਂਵ ਜਾਂ ਪੜਨਾਂਵ ਦੇ ਨਾਲ ਲੱਗ ਕੇ ਉਸ ਦਾ ਸੰਬੰਧ ਵਾਕ ਦੇ ਹੋਰਾਂ ਸ਼ਬਦਾਂ ਨਾਲ ਦੱਸਦੇ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? 10ਵੇਂ ਦਾ ਚੌਥਾ ਆਪਸ਼ਨ। क्या बात है, बिल्कुल सही, ਸਭ ਦਾ ਸਹੀ ਹੈ। ਮੇਰੇ ਤੋਂ ਇੱਥੇ ਵੀ ਨਹੀਂ ਜਾ ਰਹੇ, ਇੰਨੀ ਸਪੀਡ ਨਾਲ ਆਨਸਰ ਜਾ ਰਹੇ ਹੈ। 11 ਦਾ ਅੱਜ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਇਸ ਵਾਕ ਦੇ ਵਿੱਚ ਸੰਬੰਧਕ ਦੱਸੋ। ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਹਾਂ, 11 ਦਾ 11 ਦੀ सी ऑप्शन बिल्कुल सही। सिमरन जी बिल्कुल सही है। पहले रंजीत दा, सिमरन, फिर सुरजीत, रीत, मीना, प्रवीण, निशा, सुरजीत। क्या बात है, दिलशान आज आंसर नहीं दिख रहा आपका। 12 जेड़े संबंध की, जोबन का भी आंसर नहीं दिखा। जेड़े संबंध की शब्द आपदा रूप बदल लैन, उन्हां नूं की किया जाता है? जिन्हां दा रूप बदल जावे। हाँ, जिन्हां दा रूप बदल जावे। बताओ भाई, जिन्हां दा रूप बदल जाए। ओहो, प्रैपोजिशन दसो जेड़े रूप बदल लैन। पहली ऑप्शन विकारी, ठीक है जी। 12 ਦਾ ਕੀ ਆ ਜਾਏਗਾ? पहली ऑप्शन बिल्कुल सही है। जिन्हां दा रूप बदल जावे उन्हां नूं की किया जांदा है? विकारी किया जांदा है, ठीक है जी। नैक्सट है उस तो बाद 13 नंबर, संबंधक किन्नी प्रकार दे हुंदे हन? संबंधक किन्नी प्रकार दे हुंदे हन? 13 ਦਾ दूजी ऑप्शन 3, बिल्कुल सही, ठीक है जी। पूरन, अपूरन ते दुबाजरे। 14 नंबर, मैं जानदी हां कि तुसी परेशान हो, वाक विच योजक चुनो। 14 ਦਾ डी ऑप्शन बिल्कुल सही है। 15 ਜਿਹੜੇ ਸੰਬੰਧਕ ਹੋਰਨਾਂ ਸੰਬੰਧਕਾਂ ਦੇ ਨਾਲ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਜਿਹੜੇ ਸੰਬੰਧਕ ਹੋਰਨਾਂ ਸੰਬੰਧਕਾਂ ਦੇ ਨਾਲ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? 15 ਦਾ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? 15 ਦੀ ਦੂਜੀ ਆਪਸ਼ਨ ਬੱਚੇ, 15 ਦੀ ਦੂਜੀ ਆਪਸ਼ਨ ਅਪੂਰਨ। ਮੈਂ ਕਿਹਾ ਸੀ ਨਾ, ਅਪੂਰਨ ਕਦੇ ਕੱਲਾ ਨਹੀਂ ਆਂਦਾ, ਕਿਸੇ ਦੇ ਨਾਲ ਹੀ ਵਰਤਿਆ ਜਾਂਦਾ ਹੈ। ਜਿਹੜਾ ਕਿਸੇ ਦੇ ਨਾਲ ਵਰਤਿਆ ਜਾਂਦਾ ਉਹਨਾਂ ਨੂੰ ਕੀ ਕਿਹਾ ਜਾਂਦਾ? ਅਪੂਰਨ ਕਿਹਾ ਜਾਂਦਾ ਹੈ। ਉਸਨੇ ਫੁੱਲਾਂ ਦਾ ਗੁਲਦਸਤਾ ਬਣਾਇਆ, ਇਸ ਵਾਕ ਵਿੱਚ ਸੰਬੰਧਕ ਕਿਹੜਾ ਹੈ? ਉਸਨੇ ਫੁੱਲਾਂ ਦਾ ਗੁਲਦਸਤਾ ਬਣਾਇਆ। 16 ਦਾ ਆਨਸਰ, ਵਟ ਵਿਲ ਬੀ ਦਾ ਆਨਸਰ ਆਫ क्वेश्चन नंबर 16? हाँ, दूजी ऑप्शन बिल्कुल सही, ने ते दा। समान योजक चुनो। चलो भाई, समान योजक चुनो। क्वेश्चन नंबर 17 ਦਾ समान योजक चुनो। 17, who will give the answer? क्वेश्चन नंबर 17 एज अ फर्स्ट। सब तो पहले कौन आंसर देवेगा क्वेश्चन नंबर 17 ਦਾ? समान योजक चुनो। बताओ भाई, समान योजक चुनो। 17 ਦਾ ਰਣਜੀਤ ਦਾ ਆਨਸਰ ਹੈ ਡੀ ਆਪਸ਼ਨ। ਬਾਕੀ ਵੀ बताओ। ਰੀਤ ਦਾ ਬੀ, ਅਮਨ ਬਰਾੜ ਦਾ ਡੀ ਆਪਸ਼ਨ, ਪ੍ਰਿਆ ਤਨੇਜਾ ਦਾ ਡੀ ਆਪਸ਼ਨ। क्या बात है, पूनम ਦਾ ਡੀ। ਬਿਲਕੁਲ ਸਹੀ, ਸਭ ਦਾ ਸਹੀ ਹੈ ਡੀ ਆਪਸ਼ਨ। ਤੇ ਅਤੇ ਸਗੋਂ ਭਾਵੇਂ ਪਰ ਤਾਈਓ, ਠੀਕ ਹੈ। ਸਿਮਰਨ ਦਾ ਡੀ ਆਪਸ਼ਨ। ਹੇਠ ਲਿਖੇ ਵਾਕਾਂ ਵਿੱਚ ਸਮਾਨ ਯੋਜਕ ਵਾਕ ਚੁਣੋ। ਚਲੋ ਬਈ बताओ, ਇਹਦੇ ਵਿੱਚੋਂ ਸਮਾਨ ਯੋਜਕ ਵਾਕ ਫਟਾਫਟ ਆਪਦੇ ਤਜਰਬੇ ਦੇ ਆਧਾਰ ਤੇ, ਟਾਈਮ ਨਹੀਂ ਲਾਣਾ। ਹਾਂ, ਸਮਾਨ ਯੋਜਕ ਵਾਕ ਚੁਣੋ। समान योजक वाक चुनो। क्वेश्चन नंबर 18 ਦਾ बताओ भाई, who will give the answer as a first? हाँ, चलो भाई, 18 ਦਾ आंसर क्या है? 18 ਦਾ आंसर बच्चे फर्स्ट ऑप्शन हो, गरीब है परंतु ईमानदार नहीं।
ਉਹ ਗਰੀਬ ਹੈ ਪਰੰਤੂ ਈਮਾਨਦਾਰ ਨਹੀਂ। 18 ਦਾ ਕੁਐਸਚਨ ਨੰਬਰ ਫਸਟ। 19 ਨੰਬਰ ਜਿਹੜੇ ਸੰਬੰਧਕ ਕਦੇ ਪੂਰਨ ਤੇ ਕਦੇ ਅਪੂਰਨ ਹੋਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ। 19 ਦਾ ਸੀ ਆਪਸ਼ਨ ਦੁਬਾਜਰੇ ਬਿਲਕੁਲ ਸਹੀ। क्वेश्चन नंबर 20 मेरे दफ्तर मेरे घर दे नेड़े ही है। मेरा दफ्तर मेरे घर दे नेड़े ही है इस वाक विच केड़ी किस्म दा संबंधक है। क्वेश्चन नंबर 20 क्वेश्चन नंबर 20 19 नंबर क्वेश्चन बिल्कुल सही है। क्वेश्चन नंबर 20 मेरा दफ्तर मेरे घर दे नेड़े ही है। क्वेश्चन नंबर 20 क्वेश्चन नंबर 20 एक मिनट बच्चे एक मिनट। हाँ क्वेश्चन नंबर 20 ਦਾ ਡੀ ਬਿਲਕੁਲ ਸਹੀ ਦੁਬਾਜਰੇ। 21 ਨੰਬਰ ਉਹ ਚਿੱਤਰਕਾਰ ਹੀ ਨਹੀਂ ਸਗੋਂ ਚੰਗਾ ਲਿਖਾਰੀ ਵੀ ਹੈ। ਉਹ ਚਿੱਤਰਕਾਰ ਹੀ ਨਹੀਂ ਸਗੋਂ ਚੰਗਾ ਲਿਖਾਰੀ ਵੀ ਹੈ। ਵਾਕ ਸਮਾਨ ਯੋਜਕ ਦੀ ਕਿਹੜੀ ਕਿਸਮ ਹੈ। 21 ਨੰਬਰ 21 ਧਿਆਨ ਨਾਲ ਦੇਖੋ ਧਿਆਨ ਵਿਕਲਪ ਨਹੀਂ ਹੋ ਰਿਹਾ। ਕਹਿੰਦਾ ਉਹ ਚਿੱਤਰਕਾਰ ਹੀ ਨਹੀਂ ਸਗੋਂ ਚੰਗਾ ਲਿਖਾਰੀ ਵੀ ਹੈ। ਇੱਕ ਬੰਦੇ ਵਿੱਚ ਕਿੰਨੀਆਂ ਕੁਆਲਿਟੀਜ਼ ਦੇ ਰਿਹਾ ਹੈ। 21 ਦਾ क्वेश्चन नंबर 21 ਦਾ ਉਹ ਚੰਗਾ ਲਿਖਾਰੀ ਹੀ ਨਹੀਂ ਉਹ ਚੰਗਾ ਚਿੱਤਰਕਾਰ ਹੀ ਨਹੀਂ ਸਗੋਂ ਚੰਗਾ ਲਿਖਾਰੀ ਵੀ ਹੈ। 21 ਦਾ ਫਸਟ ਬਿਲਕੁਲ ਸਹੀ ਸਮੁੱਚੀ ਸਮਾਨ ਯੋਜਕ। ਗਰੀਬਾਂ ਦੀ ਮਦਦ ਕਰੋ। ਲਕੀਰੇ ਸ਼ਬਦ ਦੀ ਕਿਸਮ ਦੱਸੋ ਕਿਹੜਾ ਸੰਬੰਧਕ ਹੈ। ਦੀ ਦਾਦੇ ਦੀ ਨਾਨੇ ਨੂੰ। 22 ਦਾ क्वेश्चन नंबर 22 ਦਾ क्वेश्चन नंबर 22 what will be the answer of क्वेश्चन नंबर 22। हाँ क्वेश्चन नंबर 22 ਦਾ फर्स्ट ऑप्शन बिल्कुल सही पूरन। 23 नंबर संबंधी किस ਨੂੰ ਕਿਹਾ ਜਾਂਦਾ ਹੈ। ਸੰਬੰਧੀ ਕਿਸ ਨੂੰ ਕਿਹਾ ਜਾਂਦਾ ਹੈ। 23 ਦਾ क्वेश्चन नंबर 23 ਸੰਬੰਧੀ ਕਿਸ ਨੂੰ ਕਿਹਾ ਜਾਂਦਾ ਹੈ। 23 ਦਾ ਪਹਿਲੀ ਆਪਸ਼ਨ ਸੰਬੰਧਕਾਂ ਤੋਂ ਪਹਿਲਾਂ ਲੱਗਣ ਵਾਲੇ ਸ਼ਬਦਾਂ ਨੂੰ ਸੰਬੰਧੀ ਕਿਹਾ ਜਾਂਦਾ ਹੈ। पहले संबंधी 3 अखर फिर संबंधक प्रैपोजिशन 4 अखर वाला फिर संबंध मान 5 अखर वाला। बच्चे नू दुध दियो वाक विच संबंधी दसो। बच्चे नू दुध दियो वाक विच केड़ा संबंधी है। इस वाक दे विच केड़ा संबंधी है। प्रैपोजिशन लभ लो पहले प्रैपोजिशन लभो। नू प्रैपोजिशन है ना प्रैपोजिशन तो पहला वाला शब्द की हो गया संबंधी। ठीक है जी 24 का आंसर की आ जाएगा ए ऑप्शन। हाँ बिल्कुल सही मेरी गल ध्यान नाल सुनो बच्चे। देखो संबंधी दे 3 स्पैलिंग ने संबंधक दे पान लगे तुसी 4 अखर वरतदे हो संबंध मान पान लगे 5 अखर वरतदे हो। संबंधक दा मतलब हुंदा प्रैपोजिशन जिवें उन्हें वाक दिता है वाक दे विच नू प्रैपोजिशन है ना नू टू प्रैपोजिशन आ गई। प्रैपोजिशन तो जेड़ा पहला वाला शब्द है संबंधी हुंदा है जेड़ा प्रैपोजिशन तो बाद वाला संबंधमान हुंदा है। संबंधी संबंधक संबंधमान 3 अखरां वाला 4 अखरां वाला 5 अखरां वाला। हुण दोबारा ये क्वेश्चन नहीं गलत होना चाहिए। 24 का पहली ऑप्शन किसी भी बच्चे का क्वेश्चन नहीं गलत होना चाहिए। जुर्माना तू भर जा मैं भरा। कहंदा जुर्माना तू भर जा ओ भरे मैं नहीं मैं तो क्यों भरा मैं तो मेहनत ही बहुत कर रही हूं। जुर्माना तू भर जा ओ भरे समान योजक की केड़ी किस्म है। समान योजक की केड़ी किस्म है। 25 का क्वेश्चन नंबर 25 का 25 की दूजी ऑप्शन हाँ विकल्प जाहिर कर रहा है। ठीक है ते विकल्प दे रहा है क्यों विरोध नहीं जाहिर कर रहा कोई ग्रुप नहीं डिनोट कर रहा कोई कारण नहीं दस रहा विकल्प जाहिर कर रहा है नाराजगी जाहिर कर रहा है दस रहा ओनू। ठीक है दूजी ऑप्शन कहंदा भरना ही पैना भावें तू भर भावें ओ भरे। बनतर दे आधार ते संबंधक किन्ने प्रकार दे हुंदे हन। 26 दा क्वेश्चन नंबर सॉरी 26 क्वेश्चन नंबर 26 का व्हाट विल बी द आंसर ऑफ क्वेश्चन नंबर 26। बनतर दे आधार ते संबंधक किन्नी तरह दे हुंदे हन 3 तरह दे बिल्कुल सही। संबंधी संबंधक संबंधमान ठीक है 3 तरह दे। मेरी अख विच रड़क पै रही है वाक विच संबंधमान दसो।
मेरी अख विच रड़क पै रही है, वाक विच संबंध मान दसो। चलो हुण क्वेश्चन गलत नहीं होना चाहिए। 27 का क्वेश्चन नंबर 27 में पूरी निगाह रखी है। सब तो पहला कौन आंसर देगा? रंजीत का आंसर सब तो पहला आया, फिर मीनू का, सिमरन का, अमन का, पूनम का, प्रिया तनेजा, बस परवीन का। क्या बात है पूनम, सुरजीत। हाँ डी ऑप्शन सब दा सही है, क्योंकि विच प्रेपोजिशन होगी। पहला वाला शब्द अख संबंधी हो गया, विच प्रेपोजिशन संबंधक हो गया, ते रड़क की हो गया संबंधमान। ठीक है जी। फिर लवप्रीत दा, रीत महाजन दा बिल्कुल सही। हेठ लिखे वाकां विचों अधीन योजक वाक चुनो, है ना। अधीन योजक वाक चुनो हेठ लिखे वाकां विचों। हाँ बताओ भाई क्वेश्चन नंबर 28 दा। 28 ਦਾ दूजी ऑप्शन बिल्कुल सही। ਇਹ ਉਹ ਮੁੰਡਾ ਹੈ ਜਿਸਨੇ ਚੋਰੀ ਕੀਤੀ ਸੀ। ठीक है। 29 ਦਾ ਸੰਬੰਧਮਾਨ किस ਨੂੰ ਕਹਿੰਦੇ ਹਨ? 29 ਦੀ बी ऑप्शन। क्या बात है। संबंधका तो बाद लगन वाला शब्द। सब तो पहले अमन बराड़ का आंसर आया है। ठीक है जी। 29 ਦਾ दूजी ऑप्शन। फिर रंजीत का। ठीक है जी। जेकर तुसी सफल होना है, कहंदा जे तुसी सफल होना है तो खूब मेहनत करो। जे तुसी सफल होना है तो खूब मेहनत करो। वाक अधीन योजक दी केड़ी किस्म है? जे तुसी सफल होना है, जे शब्द कदों लाने आपां? तीवें दा ध्यान नाल वेखो। जे तू पास होना है, जे तू सफल होना है, तीवें दा तीवें दा। हाँ प्रिया तनेजा बिल्कुल सही कह रहे हो। डी ऑप्शन शर्तवाचक। ठीक है। जे तू सफल होना है तो खूब मेहनत कर, शर्त रखी है। जे तू आईएएस ऑफिसर बनना है तो सख्त मेहनत कर। जे तू पंजाब पुलिस दे विच भर्ती होना है तो सख्त मेहनत कर, शर्त है। ठीक है। पूर्ण संबंधक चुनो। चलो भाई बताओ 31 दा पूर्ण संबंधक चुनो। हाँ क्या बात है। 31 दा पहले मीनू का आंसर आया, रंजीत, प्रिया, अमन बराड़, प्रवीण जी, सिमरन जी, पूनम जी, रीत महाजन जी बिल्कुल सही है। सुरजीत जी, सुरजीत 6वें 7वें नंबर के आंसर आ रहा है एज ए फर्स्ट। 31 का पहला दादे दी नाने नू अधीन योजक चुनो, अधीन योजक चुनो। 32 का क्वेश्चन नंबर 32, क्वेश्चन नंबर 32 का 32 दी डी ऑप्शन के क्योंकि ताजो फिर भी जे ता। ठीक है। इत्थे आके जेड़ा अपना टेस्ट है खत्म हुंदा है। हुण ये अपना परसों वाला काम सी, हुण आपां अज वाला काम करदे हैं। थोड़ा सबर बनाई रखिया जे, 10 मिनट लग जाएंगे। अच्छा चलो देखो, हैगा की है वाक, बंदा किवें है? जे मैं कहां राम, एक राम प्लस एक प्लस चंगा प्लस मुंडा प्लस है। राम एक चंगा मुंडा है। वर्ड 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 ग्रुप ऑफ वर्ड्स मेक्स ए सेंटेंस। ओनू कहांगे वाकबोध। ठीक है जी। ओनू की कहांगे आपां? वाकबोध। कहंदा वाकबोध दे विच शब्दां दे वाक बनाउण दे ढंग दे अध्ययन किया जाता है, ओनू असीं वाकबोध कहने हैं। बोध मतलब अध्ययन करना, ज्ञान लेना। ठीक है जी। वाकबोध दे विच शब्दां दे वाक बनाउण दे ढंग दा शब्द किवें बन रिहा, उस ढंग दी जदों पढ़ाई करदे हां, स्टडी करदे हां, अध्ययन करदे हां, ओनू असीं की कह दिंदे हां? वाकबोध कहने हैं। कहंदा जे गल करिए कि भाषा की छोटी तो छोटी इकाई केड़ी है? धुनी। जे आपां कहिए भाषा की सब तो वड्डी इकाई केड़ी है? फिर वो वाक होएगा। धुनियां तो शब्द बनते हैं, शब्दां तो वाक बन जाते हैं। भाषा की सब तो वड्डी इकाई केड़ी हुंदी है? वाक। वाक शब्दां दे उस समूह नूं आखदे हैं जिंदे तो पूरी गल समझ आ जाती है, असीं किसी भी गल नूं समझ लैंदे हैं। जदों वाक पूरा हो जाता है तो अंत विच असीं विश्राम चिन्ह ला के वाक खत्म कर दिंदे हैं। ठीक है जी। जे तुहानू क्वेश्चन आए भाषा की सब तो छोटी इकाई केड़ी है, तुसीं लाना है धुनी, अखर जां वर्ण। तिन्नां विचों जेहड़ी भी ऑप्शन होवे। जे वड्डी तो वड्डी इकाई पूछे, तुसीं लानी है वाक। कहंदा वाक दे अंग किन्ने हुंदे ने? 2। हुण मेरी गल ध्यान नाल सुननी है। जेहड़े बच्चों ने कॉम्पीटेटिव एग्जाम का पेपर देना, उन्हां नूं भी 100% फायदा होवेगा। ठीक है जी। जिन्हां ने इंग्लिश दे नाल नाल इंग्लिश करना हुंदा है, मैं छोटे छोटे हल्के हल्के हिंट्स इंग्लिश ते भी दे दिंदी हां। हुण इधर देखो, पहले इंग्लिश वाली एग्जाम्पल देखो। ठीक है जी। हाउ मेनी काइंड्स आर देयर इन सेंटेंसेस? देयर आर 2 काइंड्स। फर्स्ट वन इज सब्जेक्ट और सेकंड इज प्रेडिकेट। तुहाडे सामने 2 सेंटेंस लिखे है मैं। कहंदा शी इज राइटिंग अ लेटर, नीचे लिखे शी राइट्स अ लेटर।
ਜਿੱਥੋਂ ਸੈਂਟੈਂਸ ਦੀ ਸਟਾਰਟਿੰਗ ਹੈਲਪਿੰਗ ਵਰਬ ਦੇ ਨਾਲ ਹੋ ਜੇ। ਹੈਲਪਿੰਗ ਵਰਬ ਮਤਲਬ ਆਪਣੇ ਕੋਲੇ ਕਿਹੜੀਆਂ ਵਰਬਸ ਹੋ ਜਾਂਦੀਆਂ, ਸਸਰੰਗੀ ਕਿਰਿਆ, ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਸਸਰੰਗੀ ਕਿਰਿਆ ਕਹਿੰਦੇ ਆ, ਜਿਹੜੀ ਪਿੱਛੇ ਹੈ, ਹਨ, ਸੀ, ਸਨ, ਸੇ, ਗਾ, ਗੇ, ਗੀ ਹੁੰਦਾ ਹੈ। ਠੀਕ ਹੈ, ਚਾਹੇ ਤੁਹਾਨੂੰ ਵਾਕ ਹੈਲਪਿੰਗ ਵਰਬ ਦੇ ਵਿੱਚ ਸ਼ੁਰੂ ਹੋਵੇ, ਚਾਹੇ ਮੁੱਖ ਵਰਬ ਦੇ ਵਿੱਚ, ਮੇਨ ਵਰਬ ਦੇ ਵਿੱਚ ਸ਼ੁਰੂ ਹੋਵੇ। ਦੇਖੋ ਇੱਥੇ ਰਾਈਟਸ ਨਾਲ ਹੈ ਨਾ, ਇੱਥੇ ਇਜ਼ ਨਾਲ ਹੈ। ਜਿੱਥੋਂ ਸੈਂਟੈਂਸ ਹੈਲਪਿੰਗ ਵਰਬ ਨਾਲ ਹੋ ਰਿਹਾ ਜਾਂ ਮੇਨ ਵਰਬ ਨਾਲ ਹੋ ਰਿਹਾ, ਪ੍ਰੈਡੀਕੇਟ ਹੁੰਦਾ, ਇਹਨੂੰ ਪੰਜਾਬੀ ਦੇ ਵਿੱਚ ਵਿਧੇਯ ਕਹਿੰਦੇ ਆ। ਠੀਕ ਹੈ ਜੀ, ਕਲੀਅਰ। ਉਸ ਤੋਂ ਬਾਅਦ ਜਿਹੜਾ ਸ਼ੁਰੂ ਵਾਲਾ ਪਾਰਟ ਹੁੰਦਾ ਇਹ ਉਦੇਸ਼ ਹੁੰਦਾ ਹੈ। ਜਿਹੜਾ ਸ਼ੁਰੂ ਵਾਲਾ ਪਾਰਟ ਹੋਵੇਗਾ ਇਹ ਕੀ ਹੋਵੇਗਾ, ਆਪਣਾ ਸਬਜੈਕਟ ਹੋਏਗਾ। ਠੀਕ ਹੈ, ਆਪਣਾ ਉਦੇਸ਼ ਹੋਏਗਾ। ਜਿਹੜਾ ਬਾਅਦ ਵਾਲਾ ਹੁੰਦਾ ਹੈ ਵਿਧੇਯ ਹੁੰਦਾ ਹੈ। ਇੱਥੇ ਉਲਟਾ ਲਿਖ ਦਿੱਤਾ, ਇਹ ਪਹਿਲੇ ਲਿਖਣਾ ਸੀ, ਇਹ ਬਾਅਦ ਵਿੱਚ। ਪਹਿਲਾਂ ਉਦੇਸ਼ ਹੁੰਦਾ ਹੈ, ਉਦੇਸ਼ ਦਾ ਮਤਲਬ ਸਬਜੈਕਟ, ਨਾਉਨ। ਸਬਜੈਕਟ ਕੌਣ ਬਣ ਸਕਦਾ ਹੈ, ਨਾਂਵ ਜਾਂ ਪੜਨਾਂਵ ਬਣ ਸਕਦਾ ਹੈ। ਜਾਂ ਮੈਂ ਕਹਾਂਗਾ ਰਾਮ, ਜਾਂ ਮੈਂ ਕਹਾਂਗੀ ਰਾਮ ਸਿਆਣ ਹੈ, ਜਾਂ ਮੈਂ ਕਹਾਂਗੀ ਉਹ ਸਿਆਣ ਹੈ ਨਾ, ਉਦੇਸ਼। ਦੇਖੋ ਇਹਦੇ ਵਿੱਚੋਂ, ਇਸ ਵਾਕ ਦੇ ਵਿੱਚੋਂ ਸ਼ੀ ਸਬਜੈਕਟ ਹੈ, ਮਤਲਬ ਉਦੇਸ਼ ਹੈ। ਬਾਕੀ ਸਾਰਾ ਹਿੱਸਾ ਕੀ ਹੈ, ਵਿਧੇਯ ਹੈ, ਪ੍ਰੈਡੀਕੇਟ ਹੈ। ਇਹਦੇ ਵਿੱਚੋਂ ਸ਼ੀ ਸਬਜੈਕਟ ਹੈ, ਵਰਬ ਤੋਂ ਸ਼ੁਰੂ ਹੋ ਗਿਆ ਨਾ, ਰਾਈਟਸ, ਇਜ਼, ਚਾਹੇ ਵਾਕ ਹੈਲਪਿੰਗ ਵਰਬ ਨਾਲ ਸ਼ੁਰੂ ਹੋਵੇ, ਚਾਹੇ ਮੋਡੈਲਸ ਵਰਬ ਦੇ ਨਾਲ ਸ਼ੁਰੂ ਹੋਏ, ਮਤਲਬ ਸਹਾਇਕ ਕਿਰਿਆ ਦੇ ਨਾਲ ਸ਼ੁਰੂ ਹੋ ਜਾਵੇ, ਚਾਹੇ ਜਿੱਥੇ ਮੁੱਖ ਵਰਬ ਨਾਲ, ਉਹ ਸਾਰਾ ਦਾ ਸਾਰਾ ਪੋਰਸ਼ਨ ਪ੍ਰੈਡੀਕੇਟ ਹੁੰਦਾ ਹੈ। ਪਹਿਲਾਂ ਵਾਲਾ ਹਿੱਸਾ ਕੀ ਹੁੰਦਾ ਹੈ, ਸਬਜੈਕਟ ਹੁੰਦਾ ਹੈ। ਸਬਜੈਕਟ ਨੂੰ ਆਪਾਂ ਉਦੇਸ਼ ਕਹਿੰਦੇ ਆ, ਬਾਕੀ ਸਾਰੇ ਹਿੱਸੇ ਨੂੰ ਵਿਧੇਯ ਕਹਿੰਦੇ ਆ। ਠੀਕ ਹੈ, ਵਾਕ ਦੇ ਦੋ ਅੰਗ ਹੁੰਦੇ ਆ, ਉਦੇਸ਼ ਤੇ ਵਿਧੇਯ। ਹੁਣ ਇੱਧਰ ਦੇਖੋ ਕੁਝ ਉਦਾਹਰਨਾਂ ਦਿੱਤੀਆਂ ਹੋਈਆਂ। ਬੱਚਾ ਰੋ ਰਿਹਾ ਹੈ, ਬੱਚਾ ਉਦੇਸ਼ ਹੋ ਗਿਆ, ਰੋ ਰਿਹਾ ਹੈ ਇਹ ਵਿਧੇਯ ਹੋ ਗਿਆ। ਲੜਕੇ ਪੜ ਰਹੇ ਹਨ, ਕੱਲਾ ਲੜਕਾ ਇਹ ਨਾਮ ਹੋ ਗਿਆ ਨਾ, ਨਾਉਨ ਹੋ ਗਿਆ, ਨਾਉਨ ਨੂੰ ਉਦੇਸ਼ ਕਹਿੰਦੇ ਆ ਆਪਾਂ। ਠੀਕ ਹੈ ਜੀ, ਬਾਕੀ ਸਾਰਾ ਵਿਧੇਯ ਹੋ ਗਿਆ। ਮੀਂਹ ਪੈ ਰਿਹਾ, ਮੀਂਹ ਉਦੇਸ਼ ਹੋ ਗਿਆ, ਬਾਕੀ ਸਾਰੇ ਵਿਧੇਯ ਹੋ ਗਏ। ਪੰਛੀ ਉਦੇਸ਼ ਹੋ ਗਿਆ, ਉੱਡ ਜਾਣਗੇ, ਵਿਧੇਯ ਹੋ ਗਏ। ਮਤਲਬ ਪਿੱਛੇ ਜੋ ਮਰਜ਼ੀ ਵਾਕ ਹੋਵੇ, ਮੂਰਲਾ ਇੱਕ ਅੱਖਰ ਚੁੱਕ ਲੈਣਾ ਤੁਸੀਂ, ਬਾਕੀ ਸਾਰਾ ਵਿਧੇਯ ਹੋ ਜਾਏਗਾ, ਅਗਲਾ ਉਦੇਸ਼। ਇਹ ਵਾਕ ਦੇ ਦੋ ਅੰਗ ਹੈ। ਉਸ ਤੋਂ ਬਾਅਦ ਵਾਕ ਦੀ ਵੰਡ ਬਣਤਰ ਦੇ ਆਧਾਰ ਤੇ ਕੀਤੀ ਜਾਂਦੀ ਹੈ ਤੇ ਕਾਰਜ ਦੇ ਆਧਾਰ ਤੇ ਕੀਤੀ ਜਾਂਦੀ ਹੈ। ਤੁਹਾਨੂੰ ਸਿੰਪਲ ਕੁਐਸਚਨ ਆਵੇ ਵੀ ਵਾਕ ਦੀਆਂ ਕਿੰਨੀਆਂ ਕਿਸਮਾਂ ਨੇ, ਤੁਸੀਂ ਜਵਾਬ ਦੇਣਾ 3 ਕਿਸਮਾਂ ਹੁੰਦੀਆਂ। ਠੀਕ ਹੈ ਜੀ, ਸਧਾਰਨ, ਸੰਯੁਕਤ ਤੇ ਮਿਸ਼ਰਿਤ। ਜਦੋਂ ਤੁਹਾਨੂੰ ਇਹ ਫਾਈਂਡ ਕਰਨਾ ਆ ਜਾਂਦਾ ਨਾ, ਹੁਣ ਮੇਰੀ ਗੱਲ ਪੂਰੇ ਧਿਆਨ ਨਾਲ ਸੁਣਨੀ ਹੈ। ਇਸ ਤੋਂ ਬਾਅਦ ਮੈਂ ਜਦੇ ਹੀ ਟੈਸਟ ਲੈਣਾ, ਜਦੇ ਹੀ। ਮੇਰੀ ਗੱਲ ਬੜੇ ਧਿਆਨ ਨਾਲ ਸੁਣਿਆ ਜੇ। ਮੇਰੇ 3 ਸ਼ਬਦਾਂ ਵਿੱਚ ਤੁਹਾਨੂੰ ਪੂਰਾ ਟੌਪਿਕ ਹੀ ਕਲੀਅਰ ਹੋ ਜਾਏਗਾ। ਉਸ ਤੋਂ ਬਾਅਦ ਥਿਊਰੀ ਪੜ੍ਹਨ ਦੀ ਵੀ ਨਹੀਂ ਲੋੜ ਪੈਣੀ। ਕਹਿੰਦਾ ਨਾ, ਸਭ ਤੋਂ ਪਹਿਲੇ ਇਹ ਗੱਲ ਯਾਦ ਰੱਖਣੀ, ਕਹਿੰਦਾ ਵਾਕ ਕਿੰਨੀ ਤਰ੍ਹਾਂ ਦਾ ਹੁੰਦਾ, ਤੁਸੀਂ ਜਵਾਬ ਲਾਣਾ ਵੀ 3 ਤਰ੍ਹਾਂ ਦਾ ਹੁੰਦਾ। ਬੇਸਿਕਲੀ ਇਹੀ ਆਪਸ਼ਨ ਹੀ ਬਣਦੀ ਹੈ 3 ਤਰ੍ਹਾਂ ਦਾ, ਸਧਾਰਨ, ਸੰਯੁਕਤ ਤੇ ਮਿਸ਼ਰਿਤ। ਸਧਾਰਨ ਵਾਕ ਤਾਂ ਆਪਾਂ ਲੋਕ ਨਾ ਬੜੇ ਆਰਾਮ ਨਾਲ ਲੱਭ ਲੈਂਦੇ ਆ, ਪਰ ਸੰਯੁਕਤ ਤੇ ਮਿਸ਼ਰਿਤ ਵਾਕ ਦੇ ਵਿੱਚ ਨਾ ਹਮੇਸ਼ਾ ਕਨਫਿਊਜ਼ਨ ਹੁੰਦੀ ਹੈ। ਹੁਣ ਵੇਖੋ ਤੁਸੀਂ ਆਪਸ਼ਨ ਕਿਵੇਂ ਲਾਣੀ ਹੈ। ਜਦੋਂ ਤੁਹਾਨੂੰ 2 ਅਜਿਹੇ ਵਾਕ ਦਿੱਤੇ ਹੋਣ ਨਾ, ਦੋਨਾਂ ਵਿੱਚੋਂ ਇੱਕ ਵੀ ਹਟਾ ਦਈਏ, ਪਿਛਲੇ ਦਾ ਮਤਲਬ ਰਹਿੰਦਾ ਹੋਵੇ ਨਾ, ਉਹ ਹਮੇਸ਼ਾ ਸੰਯੁਕਤ ਹੀ ਹੁੰਦਾ, ਕੰਬਾਈਨਡ ਹੁੰਦਾ। ਜਿਵੇਂ ਦੇਖੋ, ਰਾਮ ਖੇਡਦਾ ਹੈ ਤੇ ਸੀਤਾ ਪੜ੍ਹਦੀ ਹੈ। ਇੱਕ ਵਾਕ ਨੂੰ ਦੂਜੇ ਵਾਕ ਨਾਲ ਮੈਂ ਕੰਜੰਕਸ਼ਨ ਦੇ ਨਾਲ ਜੋੜ ਤਾਂ ਦਿੱਤਾ ਤੇ, ਹਨਾ। ਜੇ ਮੈਂ ਕਹਾਂ ਰਾਮ ਪੜ੍ਹਦਾ, ਪਿਛਲਾ ਵਾਕ ਹੀ ਨਾ ਬੋਲਾ, ਤਾਂ ਆਪਣਾ ਵਾਕ ਪੂਰਾ ਹੈ ਨਾ। ਜੇ ਮੈਂ ਅਗਲਾ ਹਟਾ ਦਾਂ, ਸੀਤਾ ਪੜ੍ਹਦੀ ਹੈ, ਇਹ ਵੀ ਵਾਕ ਪੂਰਾ, ਹਨਾ। ਜਦੋਂ 2 ਅਜਿਹੇ ਵਾਕ ਜੁੜੇ ਹੋਏ ਆ, ਦੋਵਾਂ ਦਾ ਆਪਦਾ ਵੱਖਰਾ ਵੱਖਰਾ ਮੀਨਿੰਗ ਹੈ, ਦੋਨਾਂ ਵਿੱਚੋਂ ਕੋਈ ਇੱਕ ਉਡਾ ਦਈਏ ਤਾਂ ਆਪਾਂ ਨੂੰ ਫਰਕ ਹੀ ਨਾ ਪਵੇ, ਦੂਜਾ ਵਾਕ ਪੂਰਾ ਦਿਸਦਾ ਹੋਵੇ। ਠੀਕ ਹੈ, ਆਪਣੇ ਸਾਹਮਣੇ ਉਹਦੇ ਅਰਥ ਜ਼ਾਹਿਰ ਹੋ ਰਹੇ ਨੇ ਵੀ ਉਹ ਕੀ ਕਰਦਾ ਹੈ, ਤਾਂ ਮਤਲਬ ਉਹ ਕੀ ਹੈ, ਆਪਣੇ ਕੋਲੇ ਸੰਯੁਕਤ ਵਾਕ। ਮਿਸ਼ਰਿਤ ਵਾਕ ਉਹ ਹੁੰਦਾ ਜਿਵੇਂ ਆਪਾਂ ਕੀ ਕਰਦੇ ਆ, ਡਾਇਰੈਕਟ ਇਨਡਾਇਰੈਕਟ ਕਰਦੇ ਆ ਨਾ, ਸ਼ੀ ਸੇਜ਼ ਟੂ ਮੀ, ਕੋਮਾ, ਇਨਵਰਟਡ ਕੋਮਾ, ਸਟਾਰਟ, ਹਨਾ। ਓਨੈਸਟੀ ਇਜ਼ ਦਾ ਬੈਸਟ ਬੋਲਸ, ਹਨਾ। ਜਾਂ ਮੈਂ ਕਹਾਂ ਸ਼ੀ ਸੈਡ ਟੂ ਮੀ, ਕੋਮਾ, ਇਨਵਰਟਡ ਕੋਮਾ, ਸਟਾਰਟ, ਦ ਫਸਟ ਬੈਟਲ ਆਫ ਪਾਨੀਪਤ ਹੈਡ ਬੀਨ ਫੋਰਟ 1526। ਪਾਨੀਪਤ ਦੀ ਪਹਿਲੀ ਲੜਾਈ 1526 ਵਿੱਚ ਲੜੀ ਗਈ। ਠੀਕ ਹੈ, ਜਿਹੜੇ ਇਹ ਜੇ ਸੈਂਟੈਂਸ ਹੁੰਦੇ ਨੇ ਨਾ, ਉਹਨਾਂ ਨੂੰ ਆਪਾਂ ਮਿਸ਼ਰਿਤ ਵਾਕ ਕਹਿੰਦੇ ਆ। ਹੁਣ ਪੰਜਾਬੀ ਵਿੱਚ ਮੇਰੀ ਗੱਲ ਸੁਣੋ, ਠੀਕ ਹੈ। ਮਿਸਤਰੀ ਨੇ ਕਿਹਾ, ਕੀ ਕਿਹਾ, ਅਗਲੀ ਗੱਲ ਪਤਾ ਹੀ ਨਹੀਂ। ਮਜ਼ਦੂਰਾਂ ਨੂੰ ਬੁਲਾਉਣ ਵਾਸਤੇ, ਉਹਨੂੰ ਛੁੱਟੀ ਦੇਣ ਵਾਸਤੇ, ਉਹਨਾਂ ਨੂੰ ਕਿਹਾ ਵੀ ਤੂੰ ਘਰੇ ਜਾ ਕੇ ਰੋਟੀ ਖਾ ਲੈ, ਜਾਂ ਅੱਜ ਤੁਹਾਨੂੰ ਦਿਹਾੜੀ ਨਹੀਂ ਮਿਲੇਗੀ, ਕੀ ਕਿਹਾ, ਅਗਲੀ ਗੱਲ ਹੀ ਕੋਈ ਨਹੀਂ ਪਤਾ, ਨਹੀਂ ਪਤਾ ਨਾ। ਸੀਤਾ ਮੈਨੂੰ ਦੱਸਣ ਲੱਗੀ, ਕੀ ਦੱਸਣ ਲੱਗੀ, ਕੋਈ ਚੁਗਲੀ ਕਰਨ ਲੱਗੀ, ਕੋਈ ਖਬਰ ਦੇਣ ਲੱਗੀ, ਕੋਈ ਸ਼ੁਭ ਚਿੰਤਾ, ਕੋਈ ਸ਼ੁਭ ਮੇਰੀ ਕੋਈ ਸ਼ੁਭ ਕਿਆ ਪॉजिटिव ਖਬਰ ਲੈ ਕੇ ਆ ਰਹੀ ਹੈ, ਕੋਈ ਸ਼ੁਭ ਖਬਰ ਲੈ ਕੇ ਆ ਰਹੀ ਹੈ, ਕੋਈ ਨੈਗੇਟਿਵ ਲੈ ਕੇ ਆਈ ਹੈ, ਮੈਨੂੰ ਕਿਸੇ ਦੀ ਸ਼ਿਕਾਇਤ ਕਰਨ ਲੱਗੀ, ਮੈਨੂੰ ਪਤਾ ਹੀ ਕੋਈ ਨਹੀਂ ਬਈ ਉਹ ਕੀ ਕਹਿੰਦੀ ਹੈ, ਨਹੀਂ ਪਤਾ ਨਾ। ਮਿਸਤਰੀ ਨੇ ਮਜ਼ਦੂਰ ਨੂੰ ਕਿਹਾ, ਕੀ ਕਿਹਾ, ਵੀ ਤੂੰ ਇੱਟਾਂ ਚੱਕ, ਇੱਟਾਂ ਪਰੇ ਰੱਖ, ਬਜਰੀ ਚੱਕ, ਸੀਮਟ ਚੱਕ, ਰੇਤਾ ਚੱਕ, ਮਸਾਲਾ ਬਣਾ, ਕੀ ਬਣਾ, ਕੁਝ ਪਤਾ ਹੀ ਕੋਈ ਨਹੀਂ।
ਇਹਨੂੰ ਆਪਾਂ ਮਿਸ਼ਰਿਤ ਵਾਕ ਕਹਾਂਗੇ। ਸਧਾਰਨ ਵਾਕ ਤੁਸੀਂ ਲੱਭ ਲੈਂਦੇ ਹੋ, ਸੀਤਾ ਪੜ੍ਹਦੀ ਹੈ, ਗੀਤਾ ਗਾਉਂਦੀ ਹੈ, ਠੀਕ ਹੈ, ਮੋਨਿਕਾ ਭੋਜਨ ਕਰਦੀ ਹੈ, ਠੀਕ ਹੈ, ਰਾਧਾ ਨੱਚਦੀ ਹੈ, ਇਹ ਸਧਾਰਨ ਵਾਕ। ਜਦੋਂ ਦੋ ਜੇ ਵਾਕ ਜੁੜਨ ਜਿਨ੍ਹਾਂ ਵਿੱਚੋਂ ਕੋਈ ਇੱਕ ਉਡਾ ਦੀਏ ਤਾਂ ਦੂਜੇ ਦਾ ਮਤਲਬ ਰਹਿੰਦਾ ਹੋਵੇ, ਭਾਵੇਂ ਉਹ ਪਹਿਲਾ ਉਡਾਈਏ ਭਾਵੇਂ ਦੂਜਾ ਉਡਾਈਏ, ਇਹ ਸੰਯੁਕਤ ਵਾਕ ਹੁੰਦੇ। ਜਦੋਂ ਅਜਿਹਾ ਵਾਕ ਆ ਜਾਵੇ, ਠੀਕ ਹੈ, ਵੀ ਵਾਕ ਸ਼ੁਰੂ ਕਰਕੇ ਪਿਛਲੇ ਦਾ ਜਾਂ ਪਿਛਲੇ ਤੋਂ ਅਗਲੇ ਦਾ ਪਤਾ ਹੀ ਨਹੀਂ ਚੱਲਦਾ ਪਿਆ ਗੱਲ ਕੀ ਕਰਦਾ ਹੈ, ਇੱਕ ਤੋਂ ਦੂਜੇ ਬਿਨਾਂ ਵਾਕ ਪੂਰਾ ਹੀ ਨਹੀਂ ਹੁੰਦਾ, ਉਹਨੂੰ ਕਵਾਂਗੇ ਮਿਸ਼ਰਿਤ। ਮਿਸ਼ਰਿਤ ਮਤਲਬ ਕੰਪਲੈਕਸ ਕਰਨਾ, ਕਾਲਾ ਮਾਲਾ ਕਰਨਾ, ਹਨਾ, ਵੀ ਕਾਲਾ ਮਾਲਾ ਕੀਤਾ ਪਿਆ ਇੱਥੇ ਦਾ ਸਾਰਾ ਕੁਝ ਮਿਕਸ ਕੀਤਾ, ਠੀਕ ਹੈ, ਦਾਲ ਖੰਡ ਰੇਤਾ ਰੂਤਾ ਬਜਰੀ ਬੁਜਰੀ ਸਾਰਾ ਕੁਝ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਗੰਦ ਮੰਦ ਸਾਰਾ ਮਿਲਾ ਦਿੱਤਾ, ਸਾਰਾ ਕਾਲਾ ਮਾਲਾ ਕਰਿਆ ਪਿਆ, ਪਤਾ ਹੀ ਨਹੀਂ ਚੱਲਦਾ ਪਿਆ ਵੀ ਕੌਣ ਕੀ ਹੈ, ਉਹਨੂੰ ਕਵਾਂਗੇ ਮਿਸ਼ਰਿਤ। ਬੇਸਿਕਲੀ ਇੱਥੇ ਚੈਪਟਰ ਪੂਰਾ ਹੋ ਜਾਂਦਾ ਹੈ। ਪਰ ਜਿਹੜਾ ਵਧੀਆ ਲੈਵਲ ਦੇ ਕੁਐਸਚਨ ਟੀਚਿੰਗ ਲੈਵਲ ਤੇ ਤੁਸੀਂ ਇਸ ਤਰ੍ਹਾਂ ਵੀ ਕਰਨਾ ਹੋਵੇਗਾ, ਜਿਨ੍ਹਾਂ ਨੇ ਟੈਟ ਵਗੈਰਾ ਦਾ ਪੇਪਰ ਦੇਣਾ, ਪੀਸ ਟੈਟ ਦਾ ਪੇਪਰ ਦੇਣਾ, ਜਾਂ ਮਾਸਟਰ ਕੇਡਰ ਦੇ ਵਿੱਚ ਜਿਹੜਾ ਤੁਹਾਡਾ ਪੰਜਾਬੀ ਦਾ ਪੇਪਰ ਹੋਏਗਾ, ਟੀਚਿੰਗ ਲਾਈਨ ਦੇ ਵਿੱਚ ਤੁਸੀਂ ਅਧਿਐਨ ਕਰਨਾ ਹੀ ਪਏਗਾ। ਕੰਪੀਟੀਟਿਵ ਐਗਜ਼ਾਮ ਵਾਲਿਆਂ ਨੂੰ ਇੰਨਾ ਸਫੀਸ਼ੀਐਂਟ ਹੁੰਦਾ ਹੈ। ਕਹਿੰਦਾ ਵਾਕ ਦੀ ਵੰਡ ਦੋ ਤਰੀਕੇ ਨਾਲ ਹੁੰਦੀ, ਬੰਤਰ ਦੇ ਆਧਾਰ ਤੇ ਕਾਰਜ ਦੇ ਆਧਾਰ। ਠੀਕ ਹੈ, ਬੰਤਰ ਦੇ ਆਧਾਰ ਤੇ ਤਿੰਨ ਤਰ੍ਹਾਂ ਦੀ ਤੁਸੀਂ ਆਨਸਰ ਲਾਣੀ ਹੈ, ਸਧਾਰਨ, ਸੰਯੁਕਤ ਤੇ ਮਿਸ਼ਰਿਤ। ਕਾਰਜ ਦੇ ਆਧਾਰ ਤੇ ਕਈ ਵਾਰੀ ਤਾਂ ਤੁਹਾਨੂੰ ਚਾਰਾਂ ਦੀ ਆਪਸ਼ਨ ਮਿਲੇਗੀ ਤੇ ਕਈ ਵਾਰੀ ਤੁਹਾਨੂੰ ਛੇਆਂ ਦੀ ਆਪਸ਼ਨ ਮਿਲੇਗੀ। ਬਹੁਤ ਸਾਰੀਆਂ ਕਿਤਾਬਾਂ ਵਿੱਚ ਚਾਰ ਵੀ ਦਿੱਤੇ, ਬਹੁਤ ਸਾਰੀਆਂ ਵਿੱਚ ਛੇ ਵੀ ਦਿੱਤੇ, ਇਹਦਾ ਤੁਸੀਂ ਆਪ ਧਿਆਨ ਰੱਖਣਾ ਹੋਏਗਾ, ਬਾਈ ਆਪਸ਼ਨ ਟਰਾਈ ਕਰ ਲੈਣਾ। ਬੇਸਿਕਲੀ ਆਪਸ਼ਨ ਚਾਰ ਹੀ ਲੱਗਦੀ ਹੁੰਦੀ ਹੈ, ਠੀਕ ਹੈ ਜੀ, 99% ਆਪਸ਼ਨ ਚਾਰ ਲੱਗਦੀ ਹੈ। ਪਰ ਜਿਹੜੇ ਮੈਂ UGC ਵਾਲੇ ਕੁਐਸਚਨ ਦੇਖੇ ਨੇ ਉਹਨਾਂ ਵਿੱਚ 6 ਤਰ੍ਹਾਂ ਦੀ ਵੀ ਪਿੱਛੇ ਦਿੱਤੀ ਹੋਈ, ਹੁਕਮੀਆਂ, ਬਿਆਨੀਆਂ, ਆਗਿਆਵਾਚਕ, ਇਸ ਤਰ੍ਹਾਂ ਕਰਕੇ 6 ਬਣ ਜਾਂਦੇ ਆ ਟੋਟਲ। ਠੀਕ ਹੈ, ਬੰਤਰ ਦੇ ਆਧਾਰ ਤੇ ਤਿੰਨ, ਨੋਰਮਲ ਕੁਐਸਚਨ ਆ ਜਾਏ ਉਹ ਸਾਰਿਆਂ ਨੇ ਜਵਾਬ ਲੈਣਾ ਤਿੰਨ, ਠੀਕ ਹੈ। ਅੱਛਾ, ਪਹਿਲਾਂ ਆਪਾਂ ਪੜ੍ਹ ਲੈਂਦੇ ਹਾਂ ਸਿੰਪਲ ਸੈਂਟੈਂਸ। ਜਿਸ ਵਾਕ ਦੇ ਵਿੱਚ ਕੇਵਲ ਇੱਕੋ ਕਿਰਿਆ ਹੋਵੇ ਉਹਨੂੰ ਸਧਾਰਨ ਵਾਕ ਕਵਾਂਗੇ। ਲੜਕਾ ਖੇਡਦਾ, ਬੱਚਾ ਰੋ ਰਿਹਾ, ਸਿਮਰਨ ਦੇ ਨੰਬਰ ਵਧੀਆ ਆਏ ਆ, ਸੁਰਜੀਤ ਉੱਤੇ ਉੱਤੇ ਆਨਸਰ ਦੇ ਰਿਹਾ ਹੈ, ਪੂਨਮ ਦਾ ਚੌਥੇ 5ਵੇਂ ਨੰਬਰ ਤੇ ਆਨਸਰ ਆਇਆ ਹੈ। ਸਿੰਗਲ ਜਿਹਾ ਵਾਕ, ਸੰਯੁਕਤ ਵਾਕ। ਜਦੋਂ ਦੋ ਸਧਾਰਨ ਵਾਕਾਂ ਜਾਂ ਸਮਾਨ ਵਾਕਾਂ ਨੂੰ ਜੋੜਾ, ਦੋਵਾਂ ਨੂੰ ਜੋੜ ਕੇ ਦੋਵਾਂ ਦਾ ਆਪਦਾ ਹੀ ਅਰਥ ਬਣਦਾ ਹੋਵੇ। ਆ ਵੇਖੋ, ਮਾਤਾ ਖਾਣਾ ਪਕਾ ਰਹੀ ਹੈ ਤੇ ਬੱਚੇ ਖੇਡ ਰਹੇ ਨੇ। ਜੇ ਮੈਂ ਮੂਰਲਾ ਵਾਕ ਹੀ ਉਡਾਦਾ, ਬੱਚੇ ਖੇਡ ਰਹੇ ਨੇ, ਪਤਾ ਨਾ ਕਿ ਬੱਚੇ ਖੇਡੀ ਜਾਂਦੇ ਆ, ਠੀਕ ਹੈ। ਜੇ ਪਿਛਲਾ ਹਟਾ ਦੀ, ਅਗਲੇ ਮੰਮੀ ਖਾਣਾ ਬਣਾਈ ਜਾਂਦੀ, ਬਿਲਕੁਲ ਬਣਾ ਰਹੀ ਹੈ। ਰਾਮ ਨੇ ਗੀਤ ਗਾਇਆ ਤੇ ਸ਼ਾਮ ਨੇ ਕਵਿਤਾ ਪੜ੍ਹੀ। ਰਾਮ ਨੇ ਗੀਤ ਗਾਇਆ ਇੰਨਾ ਜਾਣਨਾ ਕਾਫੀ, ਆਪਾਂ ਕੀ ਲੈਣਾ ਸ਼ਾਮ ਤੋਂ। ਸ਼ਾਮ ਨੇ ਕਵਿਤਾ ਪੜ੍ਹੀ, ਆਪਾਂ ਕੀ ਲੈਣਾ ਰਾਮ ਤੋਂ। ਦੋਨਾਂ ਵਿੱਚੋਂ ਇੱਕ ਉੱਡ ਜਾਵੇ ਮਤਲਬ ਹੀ ਕੋਈ ਨਹੀਂ, ਫਰਕ ਹੀ ਨਹੀਂ ਪੈਂਦਾ। ਮਿਸ਼ਰਿਤ, ਜਿਹੜੇ ਵਾਕ ਦੇ ਵਿੱਚ ਇੱਕ ਪ੍ਰਧਾਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੋਣ। ਉਹੀ ਜਿਹੜੀ ਗੱਲ ਮੈਂ ਤੁਹਾਨੂੰ ਕੱਲ ਸਮਝਾਈ ਸੀ, ਹਨਾ, ਕੰਪਲੈਕਸ ਸੈਂਟੈਂਸ ਵਾਲੀ। ਕਿਵੇਂ ਸਮਝਾਇਆ ਸੀ ਤੁਹਾਨੂੰ, ਪ੍ਰਿੰਸੀਪਲ ਕਲਾਸ ਤੇ ਸਬੋਰਡੀਨੇਟ ਕਲਾਸ ਵਾਲੀ, ਠੀਕ ਹੈ। ਉਦਾਹਰਨ, ਹਰਪ੍ਰੀਤ ਖੁਸ਼ ਹੈ ਕਿਉਂਕਿ, ਹੁਣ ਅਗਲੀ ਗੱਲ ਨਹੀਂ ਪਤਾ ਨਾ, ਹੁਣ ਮੈਂ ਕਹਾਂ ਪੂਨਮ ਖੁਸ਼ ਹੈ, ਪ੍ਰਵੀਨ ਖੁਸ਼ ਹੈ, ਮੈਨੂੰ ਕੀ ਪਤਾ ਪ੍ਰਵੀਨ ਖੁਸ਼ ਹੈ। ਪ੍ਰਵੀਨ ਅੱਜ ਕਲਾਸ ਲਾ ਰਹੀ ਹੈ, ਮੈਨੂੰ ਸਮਝ ਆ ਰਿਹਾ ਤਾਂ ਖੁਸ਼ ਹੈ। ਪ੍ਰਵੀਨ ਨੇ ਅੱਜ 15 ਕੁਐਸਚਨ ਕੀਤੇ, ਸਾਰੇ ਦੇ ਆਨਸਰ ਇਹਨੂੰ ਆਉਂਦੇ ਸੀ, ਬਿਨਾਂ ਪਿਛਲਾ ਚੈਪਟਰ ਕੀਤੇ, ਤਾਂ ਖੁਸ਼ ਹੈ। ਪ੍ਰਵੀਨ ਪਹਿਲੇ ਨੰਬਰ ਤੇ ਜਮਾਤ ਵਿੱਚ ਆ ਗਈ, ਹਨਾ, ਤਾਂ ਖੁਸ਼ ਹੈ। ਸਮਝ ਗਏ। ਅੱਜ ਪ੍ਰਵੀਨ ਨੂੰ ਸਭ ਤੋਂ ਪਹਿਲਾਂ ਆਨਸਰ ਆਉਂਦੇ ਸੀ, ਜੋਬਨ ਨੂੰ ਆਉਂਦੇ ਹੀ ਨਹੀਂ ਪਏ ਸੀ। ਵੈਸੇ ਜੋਬਨ ਨੂੰ ਆਉਂਦੇ ਸੀ, ਐਗਜ਼ਾਮਪਲ ਦੇ ਰਹੀ ਹੈ, ਪਤਾ ਹੀ ਕੋਈ ਨਹੀਂ ਵੀ ਕਿਉਂ ਖੁਸ਼ ਹੋਈ ਜਾਂਦਾ, ਠੀਕ ਹੈ। ਹਰਪ੍ਰੀਤ ਖੁਸ਼ ਹੈ, ਅੱਗੋਂ ਪਤਾ ਹੁਣ ਚੱਲੇਗਾ ਕਿਉਂਕਿ ਉਹ ਜਮਾਤ ਵਿੱਚ ਪਹਿਲੇ ਨੰਬਰ ਤੇ ਆਈ। ਭਾਰਤ ਦੀ ਹਾਕੀ ਟੀਮ ਖੁਸ਼ ਹੈ, ਕਿਉਂ ਖੁਸ਼ ਹੈ, ਉਹਨਾਂ ਨੇ ਮੈਚ ਜਿੱਤ ਲਿਆ, ਕੋਈ ਠੱਗੀ ਮਾਰ ਗਏ ਜਾਂ ਕੀ ਹੋ ਗਿਆ, ਹਨਾ। ਗੱਲ ਦੱਸਣ ਦੇ ਹੀ ਪਤਾ ਲੱਗਿਆ ਵੀ ਉਹਨਾਂ ਨੇ ਮੈਚ ਜਿੱਤ ਲਿਆ। ਕਿ ਅੱਜ ਮੀਂਹ, ਉਹਨਾਂ ਦੀ ਤਿਆਰੀ ਨਹੀਂ ਸੀ, ਮੀਂਹ ਆ ਗਿਆ, ਮੈਚ ਹੀ ਪੋਸਟਪੋਨ ਹੋ ਗਿਆ, ਕੀ ਪਤਾ ਕਾਹਦੇ ਲਈ ਖੁਸ਼ੀਆਂ ਮਨਾਈ ਜਾਂਦੇ ਆ, ਕੋਈ ਦੱਸੇਗਾ ਤਾਂ ਹੀ ਪਤਾ ਲੱਗੇਗਾ, ਮੈਨੂੰ ਵੀ ਦੱਸੋ, ਹਨਾ। ਉਸ ਤੋਂ ਬਾਅਦ ਕਾਰਜ ਦੇ ਆਧਾਰ ਤੇ ਮੈਂ 6 ਬਣਾ ਤਾਂ ਦਿੱਤੇ, ਪਰ ਤੁਸੀਂ ਬੜੇ ਹੀ ਸਮਝਦਾਰੀ ਨਾਲ ਉੱਥੇ ਆਨਸਰ ਲਗਾਉਣਾ ਹੈ, ਠੀਕ ਹੈ। ਨੋਰਮਲੀ 4, ਕਿਉਂਕਿ ਮੈਂ ਜਿੰਨੇ ਕੁਐਸਚਨ ਅਟੈਂਪਟ ਕੀਤੇ ਆ, ਮੈਂ ਸਾਰਿਆਂ ਵਿੱਚ 4 ਆਪਸ਼ਨ ਹੀ ਪੜੀਆਂ, ਉੱਥੇ ਲਾਈਆਂ ਆਨਸਰ ਕੀਆਂ ਚ ਵੀ ਇਹੀ ਮਿਲੇ ਆ। 6 ਮੈਨੂੰ ਕਿਤੇ ਮਿਲਿਆ ਨਹੀਂ, ਪਰ ਥਿਊਰੀ ਦੇ ਵਿੱਚ 6 ਮਿਲੇ ਆ। ਹਾਂ-ਵਾਚਕ, ਨਾ-ਵਾਚਕ, ਪ੍ਰਸ਼ਨਵਾਚਕ, ਵਿਸਮੇਵਾਚਕ, ਆਗਿਆਕਾਰ-ਵਾਚਕ ਤੇ ਇੱਛਾਵਾਚਕ। ਹਾਂ-ਵਾਚਕ, ਜਦੋਂ ਹਾਂ ਕਰ ਦਈਏ, ਜਿਹੜੇ ਵਾਕ ਵਿੱਚ ਕਿਰਿਆ ਹਾਂ-ਵਾਚਕ ਹੋਵੇ, ਮੈਂ ਸਕੂਲ ਜਾ ਰਿਹਾ। ਨਾ-ਵਾਚਕ ਚ ਮੈਂ ਸਕੂਲ ਨਹੀਂ ਜਾਵਾਂਗਾ। ਪ੍ਰਸ਼ਨਵਾਚਕ ਚ ਪਿੱਛੇ ਪ੍ਰਸ਼ਨ ਚਿੰਨ੍ਹ ਲੱਗਿਆ ਹੋਵੇਗਾ, ਕੜਛੀ ਲੱਗੀ ਹੋਏਗੀ, ਇਹਨੂੰ ਤਾਂ ਪਛਾਣਨਾ ਹੀ ਔਖਾ ਕੋਈ ਨਹੀਂ। ਪ੍ਰਸ਼ਨ ਪੁੱਛਿਆ ਹੋਵੇਗਾ, ਕਿਵੇਂ ਪੁੱਛਦੇ ਆ ਪ੍ਰਸ਼ਨ, ਕੌਣ, ਕੀ, ਕਿਹੜਾ, ਕਿੱਥੇ, ਠੀਕ ਹੈ। ਵਟ, ਵੇਅਰ, ਵੈਨ, ਹਾਊ, ਠੀਕ ਹੈ ਜੀ। ਕੀ ਉਹ ਪੜ੍ਹ ਰਿਹਾ, ਕਿਤਾਬਾਂ ਕਿੱਥੋਂ ਮਿਲੀਆਂ, ਪਿੱਛੇ ਡੰਡੀ, ਪ੍ਰਸ਼ਨ ਚਿੰਨ੍ਹ, ਕੁਐਸਚਨ ਮਾਰਕ, ਇੰਟਰੋਗੇਸ਼ਨ ਸਾਈਨ ਲੱਗਿਆ ਹੋਵੇਗਾ। ਵਿਸਮੇਵਾਚਕ,
ਜਿਹੜੇ ਵਾਕ ਤੋਂ ਹੈਰਾਨੀ ਜਾਂ ਵਿਸਮੇ ਦਾ ਭਾਵ ਪ੍ਰਗਟ ਹੋਵੇ। ਐਲਾਸ, ਬ੍ਰਵੋ, ਠੀਕ ਹੈ ਜੀ, ਕੰਗ੍ਰੈਚੁਲੇਸ਼ਨ, ਹੁर्रे, ਜਿੰਦੇ ਤੇ ਖੁਸ਼ੀ, ਗਮੀ, ਦੁੱਖ, ਸੁੱਖ, ਹਰੇਕ ਹਾਵ ਭਾਵ। ਕਿੰਨਾ ਸੋਹਣਾ ਫੁੱਲ ਹੈ, ਵਟ ਅ ਬਿਊਟੀਫੁਲ ਫਲਾਰ, ਵਟ ਅ ਬਿਗ ਫੂਲ, ਠੀਕ ਹੈ। ਹਾਏ ਤੂੰ ਕਿੰਨੀ ਦੇਰ ਬਾਅਦ ਮਿਲਿਆ। ਆ, ਉਹ, ਇਹ ਸਾਰੇ ਸ਼ਬਦ ਵਿਸਮयवाचक। ਇਹਦੇ ਸੰਬੰਧ ਵਿੱਚ ਚੈਪਟਰ ਵੀ ਕਰਾਂਗੇ। ਆਗਿਆਵਾਚਕ, ਚਾਹ ਲਿਆਓ, ਕਿਰਪਾ ਕਰਕੇ ਦੁੱਧ ਲਿਆਓ, ਹਨਾ। ਪਲੀਜ਼ bring me a glass of water, call the doctor, shut the door, open the door, stand up, sit down, come here, please move a bit। ਕੋਈ ਵੀ ਆਗਿਆਵਾਚਕ। ਇੱਛਾਵਾਚਕ, God bless you, may good God bless you, long life to you। ਜਿਹੜੇ ਆਸ਼ੀਰਵਾਦ ਦੇਣ ਵਾਸਤੇ 4-5 ਸੈਂਟੈਂਸ ਆਪਾਂ WhatsApp ਤੇ ਲਿਖਦੇ ਆ ਸਟੇਟਸ ਦੇ ਵਿੱਚ, ਉਹੀਓ ਸਾਰੇ ਤੁਹਾਡੀ ਉਮਰ ਲੰਬੀ ਹੋਵੇ, ਹਨਾ। ਸਟੇ ਬਲੈਸਡ ਲਿਖ ਦਿਓ ਨਾ ਜਦੋਂ ਜਨਮ ਦਿਨ ਆ ਜੇ ਕਿਸੇ ਦਾ। ਇੱਛਾਵਾਚਕ, ਤੁਹਾਡੀ ਉਮਰ ਲੰਬੀ ਹੋਵੇ, ਠੀਕ ਹੈ ਜੀ। ਇੱਥੇ ਆ ਕੇ ਜਿਹੜਾ ਆਪਣਾ ਇਹ ਪਾਠ ਹੈ ਖਤਮ ਹੁੰਦਾ ਹੈ। ਹੁਣ ਆਪਾਂ ਕਰਦੇ ਹਾਂ ਜੇ 4 ਤੇ 6 ਦੋਨੋਂ, ਫਿਰ 4 ਹੀ ਲਾਣਾ, ਫਿਰ ਗਰੰਟੀ, ਫਿਰ ਬੱਚੇ 4 ਹੀ ਲਾਣਾ, ਠੀਕ ਹੈ। ਫਿਰ ਆਪਾਂ 4 ਲਾਣੇ, 4 ਤੇ 6 ਦੋਵੇਂ ਆਪਸ਼ਨ ਆ ਜਾਣ। ਪਰ ਜਿਹੜਾ ਐਗਜ਼ਾਮੀਨਰ ਹੁੰਦਾ ਨਾ, ਬੜੇ ਹੀ ਸਮਝਦਾਰੀ ਨਾਲ ਪੇਪਰ ਸੈੱਟ ਕਰਦਾ। ਪਰ ਟ੍ਰਿਪਲ ਐਸਬੀ ਦੇ ਪੇਪਰਾਂ ਵਿੱਚ ਕਾਲਾ ਮਾਲਾ ਹੁੰਦਾ ਹੀ ਰਹਿੰਦਾ। ਉਦੋਂ ਫਿਰ ਗ੍ਰੇਸ ਮਿਲਦੀ ਆਪਾਂ ਨੂੰ, ਠੀਕ ਹੈ। ਨੰਬਰ ਵਧੇਗਾ, ਫਿਰ ਆਬਜੈਕਸ਼ਨ ਪੈਣਗੀਆਂ, ਫਿਰ ਇਹ ਨਵਾਂ ਸਿਆਪਾ ਤਿਆਰ ਹੁੰਦਾ ਹੀ ਹੈ, ਠੀਕ ਹੈ। ਵੈਸੇ 4 ਹੀ ਲਾਣਾ, ਫਿਰ ਆਪਾਂ ਬੇਸਿਕਲੀ 4 ਹੀ ਲਾਉਂਦੇ ਹੁੰਦੇ ਹਾਂ। ਚਲੋ ਹੁਣ ਤੁਸੀਂ ਇਹਦਾ ਟੈਸਟ ਕਰਦੇ ਆ, ਬਾਕੀ ਟੈਸਟ ਕਰਦੇ ਆ, ਆਪਣੇ ਜਿਹੜੇ ਡਾਊਟਸ ਨੇ ਉਹ ਸਾਰੇ ਕਲੀਅਰ ਹੋ ਜਾਣਗੇ। ਕਹਿੰਦਾ ਮੈਂ ਰੋਟੀ ਖਾਧੀ ਤੇ ਬਾਹਰ ਨਿਕਲ ਗਿਆ। ਕਹਿੰਦਾ ਮੈਂ ਰੋਟੀ ਖਾਧੀ ਤੇ ਬਾਹਰ ਨਿਕਲ ਗਿਆ, ਠੀਕ ਹੈ ਭਾਈ। ਤੂੰ ਰੋਟੀ ਖਾਧੀ ਤੇ ਬਾਹਰ ਚਲਾ ਗਿਆ, ਵਾਕ ਦੀ ਕਿਹੜੀ ਕਿਸਮ ਹੈ। ਪਹਿਲੇ ਦਾ, ਹੁਣ ਤੁਹਾਡਾ એનર્ਜੀ ਲੈਵਲ ਲਿਖਣਾ ਚਾਹੀਦਾ ਮੈਨੂੰ, ਹੁਣ ਫਟਾਫਟ ਤੁਸੀਂ ਸ਼ੁਰੂ ਹੋ ਜਾਓ। ਪਹਿਲੇ ਦਾ, ਮੈਂ ਰੋਟੀ ਖਾਧੀ ਤੇ ਬਾਹਰ ਨਿਕਲ ਗਿਆ। ਹਾਂ, ਪਹਿਲੇ ਦੀ ਦੂਜੀ ਆਪਸ਼ਨ ਸੰਯੁਕਤ ਵਾਕ, ਬਿਲकुल सही। रोटी खाधी पता है, बाहर चला गया ਤਾਂ ਵੀ ਪਤਾ, ਠੀਕ ਹੈ ਜੀ। ਪਹਿਲੇ ਦੀ ਦੂਜੀ ਆਪਸ਼ਨ, ਜਿਸ ਵਾਕ ਵਿੱਚ ਕੇਵਲ ਇੱਕੋ ਕਿਰਿਆ ਹੋਵੇ ਉਹਨੂੰ ਕੀ ਕਹਿੰਦੇ ਹਨ। ਦੂਜੇ ਦਾ, ਕੁਐਸਚਨ ਨੰਬਰ ਸੈਕਿੰਡ ਦਾ, ਕੁਐਸਚਨ ਨੰਬਰ ਸੈਕਿੰਡ ਦਾ, ਇੱਕੋ ਕਿਰਿਆ ਹੋਵੇ ਉਹਨੂੰ ਕੀ ਕਵਾਂਗੇ। ਦੂਜੇ ਦੀ, ਮੀਨੂ ਜੀ ਬਿਲਕੁਲ ਸਹੀ, ਸੀ ਆਪਸ਼ਨ ਸਧਾਰਨ ਵਾਕ। ਜਿਹੜੇ ਵਾਕ ਵਿੱਚ ਇੱਕੋ ਕਿਰਿਆ ਹੋਵੇ ਸਧਾਰਨ ਵਾਕ। ਖੇਡਦਾ, ਪੜਦਾ, ਖਾਂਦਾ, ਪੀਂਦਾ, ਬੋਲਦਾ, ਸੁਣਦਾ, ਪੜਦਾ, ਨੰਬਰ ਲੈਂਦਾ, ਠੀਕ ਹੈ। ਉਹ ਘਰ ਗਿਆ ਤੇ ਉਸਨੇ ਰੋਟੀ ਖਾਧੀ, ਵਾਕ ਦੀ ਕਿਹੜੀ ਕਿਸਮ ਹੈ। ਤੀਜੇ ਦਾ, ਉਸਨੇ, ਉਹ ਘਰ ਗਿਆ ਤੇ ਉਸਨੇ ਰੋਟੀ ਖਾਧੀ, ਤੀਜੇ ਦੀ ਸੀ ਆਪਸ਼ਨ। ਕਿਆ ਬਾਤ ਹੈ, ਬਹੁਤ ਅੱਛਾ, ਵੈਰੀ ਗੁੱਡ। ਪਰ ਸੀ ਨਾਲ ਆਂਸਰ ਦਿਓ ਬਈ, ਆਂਦਾ ਤੁਹਾਨੂੰ ਸਾਰਾ ਕੁਝ, ਗ੍ਰੇਟ ਹੋ ਤੁਸੀਂ। ਬੱਚਾ ਦੁੱਧ ਪੀਂਦਾ ਹੈ, ਵਾਕ ਦੀ ਕਿਹੜੀ ਕਿਸਮ ਹੈ। ਬੱਚਾ ਦੁੱਧ ਪੀਂਦਾ ਹੈ, ਵਾਕ ਦੀ ਕਿਹੜੀ ਕਿਸਮ ਹੈ। ਚੌਥੇ ਦੀ ਦੂਜੀ ਆਪਸ਼ਨ ਸਧਾਰਨ ਵਾਕ ਹੈ, ਬਿਲਕੁਲ ਸਹੀ, ਬਿਲकुल सही। क्या बात है, सही है, सही है। सब ਦੇ ਆਨਸਰ ਦੇਖ ਰਹੀ ਹੈ, ਇੱਕ ਵਿੱਚੋਂ ਗਲਤ ਗਿਆ ਆਨਸਰ, ਸੀ ਆਪਸ਼ਨ ਗਈ ਹੈ, ਸ਼ਾਇਦ ਕਲਪਨਾ ਦੀ ਸੀ। ਸਾਰੇ ਤੋਂ ਪਿਛਲੇ ਕੁਐਸਚਨ ਦੀ ਦਿੱਤੀ ਉਹਨੇ। ਪੰਜਵੇਂ ਦਾ, ਵਾਕ ਵਿੱਚ ਕਰਮ ਦੀ ਵਿਸ਼ੇਸ਼ਤਾ ਦੱਸਣ ਵਾਲੇ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ। ਜਿਹੜਾ ਕਰਮ ਦੀ ਵਿਸ਼ੇਸ਼ਤਾ ਦੱਸੇਗਾ ਉਹਨੂੰ ਕੀ ਕਵਾਂਗੇ। ਪੰਜਵੇਂ ਦਾ, ਜਿਹੜਾ ਕਰਮ ਦੀ ਵਿਸ਼ੇਸ਼ਤਾ ਦੱਸੇਗਾ ਉਹਨੂੰ ਕੀ ਕਵਾਂਗੇ। ਕੁਐਸਚਨ ਨੰਬਰ 5 ਦਾ, ਜਿਹੜਾ ਕਰਮ ਬਾਰੇ ਐਕਸਪਲੇਨੇਸ਼ਨ ਦੇਵੇਗਾ ਉਹਨੂੰ ਕਰਮ ਦਾ ਵਿਸਤਾਰ ਦੱਸਾਂਗੇ, ਕਰਮ ਦੀ ਐਕਸਪਲੇਨੇਸ਼ਨ ਦੱਸਾਂਗੇ। ਪੰਜਵੇਂ ਦਾ ਬੀ ਆਪਸ਼ਨ, ਸਿਮਰਨ ਜੀ, ਪ੍ਰਵੀਨ ਜੀ, ਅਰਪਨਦੀਪ ਜੀ, ਬਿਲਕੁਲ ਸਹੀ, ਕੀ ਬਾਤ ਹੈ। ਛੇਵੇਂ ਦਾ, ਪੰਜਾਬੀ ਭਾਸ਼ਾ ਦੇ ਵਾਕ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ। ਪੰਜਾਬੀ ਭਾਸ਼ਾ ਦੇ ਵਾਕ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ। ਕੁਐਸਚਨ ਨੰਬਰ 6 ਦਾ, ਪੰਜਾਬੀ ਭਾਸ਼ਾ ਦੇ ਵਾਕ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ ਹੈ। ਸੀ ਆਪਸ਼ਨ, ਕਰਤਾ, ਠੀਕ ਹੈ। ਕਰਤਾ, ਕਰਮ, ਕਿਰਿਆ। ਪੰਜਾਬੀ ਭਾਸ਼ਾ ਦੇ ਵਿੱਚ ਵਾਕ ਦੀ ਸੀਕੁਐਂਸ ਹੁੰਦਾ ਹੈ ਕਰਤਾ, ਕਰਮ, ਕਿਰਿਆ। ਪੰਜਾਬੀ ਭਾਸ਼ਾ ਦੇ ਵਿੱਚ ਕਿਰਿਆ ਵਾਕ ਦੇ ਅੰਤ ਵਿੱਚ ਆਉਂਦੀ। ਇੰਗਲਿਸ਼ ਦੇ ਵਿੱਚ ਸਬਜੈਕਟ, ਵਰਬ ਤੇ ਆਬਜੈਕਟ ਹੁੰਦਾ ਹੈ। ਇੰਗਲਿਸ਼ ਵਿੱਚ ਕਿਰਿਆ ਵਾਕ ਦੇ ਵਿਚਕਾਰ ਆਉਂਦੀ ਹੈ, ਪੰਜਾਬੀ ਦੇ ਵਿੱਚ ਕਿਰਿਆ ਵਾਕ ਦੇ ਅੰਤ ਵਿੱਚ ਆਉਂਦੀ ਹੈ। ਉਹ ਹਾਕੀ ਖੇਡਦਾ ਹੈ, ਦੇਖੋ ਖੇਡਣਾ ਕਿਰਿਆ ਨਹੀਂ ਹੋਗੀ, ਐਂਡ ਤੇ ਲੱਗਿਆ। ਮੇਰੇ ਬੱਚੇ ਬਹੁਤ ਅੱਛੇ ਨੰਬਰ ਲੈਂਦੇ ਹਨ, ਲੈਣਾ ਐਂਡ ਤੇ ਆ ਗਿਆ, ਕਿਰਿਆ ਹੀ ਹੈ। ਇਹ ਸਭ ਮੰਨਦੇ ਹਨ ਕੀ ਮੰਨਦੇ ਆ, ਅਗਲੀ ਗੱਲ ਪਤਾ ਹੀ ਕੋਈ ਨਹੀਂ, ਮੈਂ ਦੱਸ ਦਿੰਦੀ ਹਾਂ। ਪਰਮਾਤਮਾ ਸਰਵ ਵਿਆਪਕ ਹੈ, ਵਾਕ ਕਿਹੜਾ ਹੈ। ਸੱਤਵੇਂ ਦਾ ਸੀ ਆਪਸ਼ਨ, ਕੀ ਬਾਤ ਹੈ, ਠੀਕ ਹੈ। ਦੇਖਿਆ ਅੰਡਰਸਟੈਂਡਿੰਗ ਲੈਵਲ ਇਨਕਰੀਜ਼ ਹੋ ਰਿਹਾ ਹੈ ਨਾ। ਸੱਤਵੇਂ ਦਾ ਸੀ ਆਪਸ਼ਨ, ਇੱਕ ਵਾਰੀ ਸੁਣੇ ਤੇ ਨਾਲੇ ਦੂਜੀ ਵਾਰ ਤੋਂ ਤੁਸੀਂ ਵੀਡੀਓ ਵੀ ਨਹੀਂ ਵੇਖੀ, ਲੋੜ ਵੀ ਨਹੀਂ ਪੈਣੀ ਵੇਖਣ ਦੀ।
8वें दा भारत दी राजधानी केड़ी है, क्या जवाब है? भारत दी राजधानी केड़ी है, केड़ी है? 8वें दा 8वें दा भारत दी राजधानी केड़ी है? 8वें दी सी ऑप्शन। हाँ पिछे प्रश्न चिन्ह होना चाहिए सी रिटन बाय एनी मिस्टेक। ये मैं क्वेश्चन सही कर दांगी, वैसे प्रश्न वाचे की है, पीछे प्रश्न चिन्ह मेरे को रह गया लाने वाला। ठीक है 8वें दी सी ऑप्शन। प्रश्न चिन्ह मैं पीडीएफ जो पावांगी लाके पावांगी। 9वें दा बाय चांस मैं भुल गई, आपे समझ जा जी। मेहरबानी करके स्कूल जाओ। हाँ 9वें दा 9वें दा दूजा ऑप्शन बिल्कुल सही है रंजीत जी, सिमरन जी। वाक बोध विच शामिल है, वाक बोध विच शामिल है। 10वें दा हाँ क्वेश्चन मार्क नहीं लग गया मीनू जी, मैं लगा दांगी, मैं लगाना भूल गई। बिना क्वेश्चन मार्क तो साधारण बन जाएगा। 10वें दा मैं लगा दांगी जो पीडीएफ पावांगी। 10वें दा चौथी ऑप्शन उपरोक्त सारे बिल्कुल सही। मीह नहीं पिया ते फसल सुक गई, वाक दी केड़ी किस्म है? 11 दा मीह नहीं पिया ते फसल सुक गई। फटाफट फटाफट आंसर नहीं रुकने चाहिए। सुरजीत तुम कहाँ चले गए? जोबन मुझे नहीं दिख रहे। 11 दा दूजी ऑप्शन, मीह नहीं पिया ते फसल सुक गई। ठीक है जी 11 दा दूजी ऑप्शन। 12 दा हाय मैं मर गया, क्या जवाब है 12 दा? 12 दी पहली ऑप्शन कल्पना जी बिल्कुल सही है। 12 दी फर्स्ट ऑप्शन। 11 दा दूजी ऑप्शन सब दा आंसर सही है। प्रिया तनेजा, रंजीत जी, प्रिया, अमन बराड़, अर्पनदीप सब दा सही है। 13 दा मैं कॉलेज नहीं जा सकिया क्योंकि मेरे मोटरसाइकिल खराब सी, मैं कॉलेज ही नहीं जा सकिया। की पता की तेन होया भी तू कॉलेज नहीं जा सकिया। 13 दा 13 दा बच्चे ध्यान नाल, 13 दा ध्यान नाल। 13 दा मैं कॉलेज नहीं जा सकिया क्योंकि मेरा मोटरसाइकिल खराब सी। जे मैं अगली गल ना दसा मैं कॉलेज नहीं जा सकिया, पहली गल पूरी होंगी, आपां नूं की पता क्यों नहीं जा सकिया। 13 दी चौथी ऑप्शन। हाँ प्रिया तनेजा जी बिल्कुल सही है, मिश्रित वाक है। मैनू की पता क्यों नहीं जा सकिया, घरे कलेश पै गया, मम्मी ने कुटिया, ठीक है पैसे चोरी किते, फड़िया गया, ठीक है सहेली नूं मिलन जाना सी, की पता की करदा फिरदा है ना, जा करदी फिरदी है ना। कुड़ियां भी नाराज नहीं करनियां, मुंडे भी नहीं करने। चलो वाक दा ਉਹ ਹਿੱਸਾ ਹੈ ਜਿਸ ਦੇ ਵਿੱਚ ਕਰਤਾ ਤੇ ਉਸ ਦਾ ਵਿਸਥਾਰ ਸ਼ਾਮਿਲ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ? ਵਾਕ ਦਾ ਉਹ ਹਿੱਸਾ ਜਿੰਦੇ ਵਿੱਚ ਕਰਤਾ ਤੇ ਉਸ ਦਾ ਵਿਸਥਾਰ ਸ਼ਾਮਿਲ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ? ਕੀ ਕਿਹਾ ਜਾਂਦਾ ਹੈ? 14ਵੇਂ ਦਾ ਕਹਿੰਦਾ ਵਾਕ ਦਾ ਉਹ ਹਿੱਸਾ ਦੱਸੋ ਜਿੰਦੇ ਵਿੱਚ ਕਰਤਾ ਹੋਵੇ, ਜਿੰਦੇ ਵਿੱਚ ਕਰਤਾ ਹੋਵੇ। ਨਾ ਨਾ ਕਹਿੰਦਾ ਜਿੰਦੇ ਵਿੱਚ ਕਰਤਾ ਤੇ ਉਹਦਾ ਵਿਸਥਾਰ ਸ਼ਾਮਿਲ ਹੋਵੇ। ਇਹ ਤਾਂ ਇੱਕ ਪੂਰਾ ਵਾਕ ਹੀ ਬਣ ਗਿਆ, ਪੂਰਾ ਵਿਸ਼ਾ ਬਣ ਗਿਆ। ठीक है पूरा का पूरा विषय है। विधेय तो वो है बाद वाला हिस्सा, करता पहला वाला उद्देश्य हो जाएगा वो, है ना, विशेष हो जाएगा, उद्देश्य हो जाएगा, पूरा का पूरा विषय हो गया। 15 नंबर जिस शब्द उत्ते पूरा का पूरा सेंटेंस एक विषय रखा होया साडे सामने, जिस शब्द उत्ते कोई काम होवे ओनू की किया जाता है? 15 दा जिंदे उत्ते जाके प्रभाव पवे। 15 दा 15 ਦਾ ਬੱਚੇ 15 ਦਾ ਅਮਨ ਦੁਬਾਰਾ ਦਿਓ ਆਨਸਰ। 15 ਦਾ ਜਿਹੜੇ ਸ਼ਬਦ ਦੇ ਉੱਤੇ ਕੋਈ ਕੰਮ ਹੋਵੇ, ਜਿਸ ਸ਼ਬਦ ਉੱਤੇ ਕੋਈ ਕੰਮ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ? ਦੇਖੋ ਮੈਂ ਕਹਾਂ ਦ ਪਿਊਨ ਰਿੰਗਸ ਦਾ ਬੈਲ, ਪਿਊਨ ਨੇ ਤਾਂ ਘੰਟੀ ਵਜਾਈ, ਪ੍ਰਭਾਵ ਕਿੰਦੇ ਤੇ ਜਾ ਕੇ ਪਿਆ? ਬੈਲ ਕੀ ਹੈ? ਕਰਮ, ਆਬਜੈਕਟ ਹੈ। ਫਿਰ ਕੀ ਆਨਸਰ ਆ ਜਾਏਗਾ? 15 ਦਾ ਸੀ ਆਪਸ਼ਨ ਕਰਮ। ਜਿਹੜੇ ਸ਼ਬਦ ਉੱਤੇ ਕੋਈ ਕੰਮ ਹੋਵੇ ਉਸ ਨੂੰ ਕੀ ਕਿਹਾ? ठीक है करन किया जाता है क्योंकि करन वाला जेड़ा करता हुंदा सब्जेक्ट हुंदा डूअर हुंदा, जेड़ा ऑब्जेक्ट हुंदा रिसीवर हुंदा। ठीक है जी भाषा दी वड्डी तो वड्डी व्याकरणिक इकाई नूं की किया जांदा? आ गया सब दा सी ऑप्शन। तारा मैं मंडी गया पर फल ना खरीद सकिया, वाक दी केड़ी किस्म है? तारा दा मैं मंडी गया, तुसी मंडी गए हो, तुहाडा जाना काफी सी, ठीक है फल नहीं खरीद सके एक दूजा वाक है। मैं स्कूल गया पर मैं किताबा ना पढ़ सकिया, दोनों वखरे वखरे वाक है, फिर केड़ा आ जाएगा 17 दा बच्चे? सी ऑप्शन।
ठीक है, मैं मंडी गया पर फल ना खरीद सकिया। ठीक है, मंडी तो चला गया। ठीक है, इत्थे की लग्या होया, पर शब्द लग्या होया, उदों क्योंकि शब्द हुंदा है, ध्यान रखा करो माड़ा जिहा। मैं मंडी गया, मैं स्कूल गया, बोल के देखो, मैं स्कूल गया, मैं मंडी गया, मैं कॉलेज गया। 18 का गलत वाक दसो, 18 ਦੇ ਵਿੱਚੋਂ गलत वाक चुनो। 18 ਦਾ 18 ਦਾ बताओ भाई, इन्ना टाइम तो लाना ही नहीं। 18 ਦੀ ਪਹਿਲੀ ਆਪਸ਼ਨ, ਮੱਝ ਨੂੰ ਸੰਗਲ ਬੰਨੋ। ਇੱਥੇ ਦੇਣਾ ਨਹੀਂ, ਦੇਣ ਹੋਣਾ ਸੀ, ਮਾਤਾ ਜੀ ਨੂੰ ਕਹੋ ਰੋਟੀ ਪਕਾ ਦੇਣ। ਮੱਝ ਨੂੰ ਸੰਗਲ ਬੰਨੋ। ਠੀਕ ਹੈ ਜੀ, 18 ਦੀ ਪਹਿਲੀ ਆਪਸ਼ਨ। ਉਦੇਸ਼ ਦੇ ਵਿਧੇਯ ਦਾ ਕਿਸ ਨਾਲ ਸੰਬੰਧ ਹੈ? ਬੋਲੋ, ਉਦੇਸ਼ ਤੇ ਵਿਧੇਯ ਦਾ ਕਿਸ ਨਾਲ ਸੰਬੰਧ ਹੈ? ਉਦੇਸ਼ ਤੇ ਵਿਧੇਯ ਕਿੰਨੇ ਚ ਪੜ੍ਹੇ ਆਪਾਂ? ਕਿੰਨੇ ਚ ਪੜ੍ਹੇ ਹੈ? 19 ਦਾ। ਦੂਜੀ ਆਪਸ਼ਨ ਰਣਜੀਤ ਜੀ ਬਿਲਕੁਲ ਸਹੀ ਹੈ, ਵਾਕ ਬੰਤਰ ਨਾਲ। ਵਾਕ ਵਿੱਚ ਵਿਸ਼ੇਸ਼ਤ ਬਟ ਬਾਕੀ ਦਾ ਸਾਰਾ ਹਿੱਸਾ ਕੀ ਹੁੰਦਾ ਹੈ? ਵਾਕ ਵਿੱਚ ਵਿਸ਼ੇਸ਼ ਤੋਂ ਵਿਸ਼ੇ ਤੋਂ ਛੁੱਟ ਬਾਕੀ ਦਾ ਸਾਰਾ ਹਿੱਸਾ ਕੀ ਹੁੰਦਾ ਹੈ? 20ਵੇਂ ਦਾ। ਸਬਜੈਕਟ ਨੂੰ ਛੱਡ ਕੇ ਬਾਕੀ ਵਾਲੇ ਪਾਰਟ ਨੂੰ ਕੀ ਕਹਿੰਦੇ ਆਪਾਂ? ਬਾਕੀ ਨੂੰ ਕੀ ਕਹਿੰਦੇ ਆਪਾਂ? ਸਬਜੈਕਟ ਪ੍ਰੈਡੀਕੇਟ ਦੇ ਵਿੱਚ ਹਾਂ ਵਿਧੇਯ ਕਹਿੰਦੇ ਆ, ਪ੍ਰੈਡੀਕੇਟ ਹੈ। ਪਿੰਡ ਦੇ ਸਾਰੇ ਲੋਕ ਅੱਜ ਮੇਲਾ ਵੇਖਣ ਗਏ। ਉਪਰੋਕਤ ਵਾਕ ਵਿੱਚ ਉਦੇਸ਼ ਕਿਹੜਾ ਹੈ? ਦੱਸੋ ਬਈ। 21 ਦਾ। क्वेश्चन नंबर 20 सब ਦਾ ਸਹੀ ਹੈ, ਬਹੁਤ ਅੱਛਾ। 21 ਦਾ। ਪਿੰਡ ਦੇ ਸਾਰੇ ਲੋਕ ਅੱਜ ਮੇਲਾ ਵੇਖਣ ਗਏ, ਵਾਕ ਦੇ ਵਿੱਚ ਉਦੇਸ਼ ਕਿਹੜਾ ਹੈ? क्वेश्चन नंबर 21 ਦਾ ਡੀ ਆਪਸ਼ਨ। ਪ੍ਰਵੀਨ ਜੀ ਬਿਲਕੁਲ ਸਹੀ ਹੈ, ਸਿਮਰਨ ਜੀ ਸਹੀ ਹੈ, ਅਰਪਨਦੀਪ ਸਹੀ ਹੈ, ਰਣਜੀਤ ਜੀ ਸਹੀ ਹੈ, ਅਮਨ ਬਰਾੜ ਜੀ, ਮੀਨੂ ਰਾਣੀ ਜੀ, ਸਭ ਦਾ ਸਹੀ ਹੈ। ਪਿੰਡ ਦੇ ਸਾਰੇ ਲੋਕ, ਕੀ ਬਾਤ ਹੈ, ਬਹੁਤ ਅੱਛਾ, ਖੁਸ਼ ਹੀ ਕਰ ਦਿੰਦੇ ਆ। ਚਲੋ ਬਈ, 22 ਦਾ ਪੰਜਾਬੀ ਵਿੱਚ ਸਧਾਰਨ ਵਾਕ ਦੀ ਤਰਤੀਬ। ਹੁਣ ਦੱਸੋ ਮੈਨੂੰ ਸਧਾਰਨ ਵਾਕ ਦੀ ਤਰਤੀਬ। 22 ਦਾ 22 ਦੀ ਫਸਟ ਆਪਸ਼ਨ ਰਣਜੀਤ ਕਹਿ ਰਹੇ ਨੇ। ਫਸਟ ਆਪਸ਼ਨ ਸਭ ਤੋਂ ਪਹਿਲੇ ਜਵਾਬ ਦਿੱਤਾ ਰਣਜੀਤ ਨੇ, ਪ੍ਰਿਆ ਤਨੇਜਾ ਨੇ। ਹਾਂ, ਕਰਤਾ ਕਰਮ ਕਿਰਿਆ। ਉਹ ਹਾਕੀ ਖੇਡਦਾ ਹੈ, ਉਹ ਕਰਤਾ ਹੋ ਗਿਆ, ਹਾਕੀ ਕਰਮ ਹੋ ਗਿਆ, ਖੇਡਣਾ ਕਿਰਿਆ ਹੋ ਗਿਆ। ਉਸਨੇ ਮੇਰੀ ਇੱਕ ਆਵਾਜ਼ ਵੀ ਨਹੀਂ ਸੁਣੀ, ਵਾਕ ਦੀ ਕਿਹੜੀ ਕਿਸਮ ਹੈ? ਉਸਨੇ ਮੇਰੀ ਇੱਕ ਵੀ ਆਵਾਜ਼ ਨਹੀਂ ਸੁਣੀ। 23 ਦਾ 23 ਦਾ ਦੂਜੀ ਆਪਸ਼ਨ ਬਿਲਕੁਲ ਸਹੀ, ਕਿਉਂਕਿ ਵਾਕ ਦੇ ਵਿੱਚ ਕੋਈ ਵੀ ਕੰਜੰਕਸ਼ਨ ਨਹੀਂ ਹੈਗੀ। ਦੂਜੀ ਆਪਸ਼ਨ ਸਧਾਰਨ। ਗਲਤ ਵਾਕ ਦੱਸੋ। 24 ਦਾ 24 ਦਾ ਗਲਤ ਵਾਕ ਦੱਸੋ। 24 ਦੀ ਪਹਿਲੀ ਆਪਸ਼ਨ। ਹਾਂ, ਮੈਂ ਚਿੱਠੀ ਅਮਰਜੀਤ ਨੂੰ ਲਿਖੀ। ਮਾਤਾ ਜੀ ਖਾਣ ਨੂੰ ਰੋਟੀ ਦਿਓ। ਤੁਸੀਂ ਘਰ ਜਾ ਕੇ ਕਹਿੰਦੇ ਹੋ ਨਾ, ਖਾਣ ਨੂੰ ਵੀ ਕੁਝ ਦੇ ਦਿਓ, ਹੁਣ ਮੰਮਾ ਖਾਣ ਨੂੰ ਦੇ ਦਿਓ ਕੁਝ, ਹਨਾ। ਮੈਂ ਚਿੱਠੀ ਅਮਰਜੀਤ ਨੂੰ ਲਿਖੀ। ਠੀਕ ਹੈ, ਮੈਂ ਅਮਰਜੀਤ ਨੂੰ ਚਿੱਠੀ ਲਿਖੀ। 24 ਦੀ ਆਪਸ਼ਨ ਆਏਗੀ ਪਹਿਲੀ। 25 ਅਧਿਆਪਕ ਕਹਿੰਦੇ ਹਨ ਕਿ ਭਲਾ ਕਰਨਾ ਚਾਹੀਦਾ ਹੈ ਤੇ ਭਲਾ ਕਰਨਾ ਪੁੰਨ ਦੇ ਬਰਾਬਰ ਹੈ। ਇਹ ਕਿਸ ਤਰ੍ਹਾਂ ਦਾ ਵਾਕ ਹੈ? 25 ਦਾ ਅਧਿਆਪਕ ਕਹਿੰਦੇ ਹਨ ਕਿ ਭਲਾ ਕਰਨਾ ਚਾਹੀਦਾ ਹੈ ਤੇ ਭਲਾ ਕਰਨਾ ਪੁੰਨ ਦੇ ਬਰਾਬਰ ਹੈ, ਕਿਸ ਤਰ੍ਹਾਂ ਦਾ ਵਾਕ ਹੈ? 25 ਦਾ ਅਧਿਆਪਕ ਜੀ ਕਹਿੰਦੇ ਹਨ। ਕੀ ਕਹਿੰਦੇ ਨੇ ਆਪਾਂ ਨੂੰ ਤਾਂ ਪਤਾ ਹੀ ਨਹੀਂ। ਸਵੇਰੇ ਸਾਰਾ ਬਸਤਾ ਲੈ ਕੇ ਆਇਆ ਜੇ, ਸਵੇਰੇ ਦੀਆਂ ਕਿਤਾਬਾਂ ਘਰੇ ਰੱਖ ਕੇ ਆਇਆ ਜੇ, ਸਵੇਰੇ ਟੀਚਰ ਡੇ ਹੈ, ਮੈਨੂੰ ਵਿਸ਼ ਕਰਿਆ ਜੇ, ਹਨਾ। ਕੀ ਕਹਿੰਦੇ ਆ ਪਤਾ ਹੀ ਕੋਈ ਨਹੀਂ। ਫਿਰ ਕਿਹੜਾ ਵਾਕ ਹੋ ਗਿਆ? 25 ਦਾ ਰਣਜੀਤ ਕਹਿ ਰਹੇ ਨੇ ਦੂਜੀ ਆਪਸ਼ਨ। ਬਾਕੀ ਵੀ ਦੱਸੋ। ਮੀਨੂ ਰਾਣੀ ਕਹਿ ਰਹੇ ਨੇ ਦੂਜੀ ਆਪਸ਼ਨ। हाँ, क्या बात है, सही है, सही है प्रवीण जी, सब दा सही है। मिश्रित वाक, क्या बात है, लगभग सही सी। 3-4 क्वेश्चन गलत भी होए, कोई गल नहीं। चलो जी, फर्स्ट दा आंसर बिंदी वाले कोमे दी ठीक वरतो, मतलब सैमी कोलन दी ठीक वरतो किहड़े वाक विच होई है?
क्वेश्चन नंबर फर्स्ट ਦਾ ਕੱਲ ਦੇ ਦਿੱਤਾ ਸੀ, ਤੁਸੀਂ ਆਰਾਮ ਨਾਲ ਕਰ ਲਿਆ ਹੋਣਾ ਟੈਸਟ। ਹੁਣ ਤਾਂ ਆਪਸ਼ਨਸ ਬੋਲਣੀਆਂ ਫਟਾਫਟ। ਚਲੋ ਬਈ ਦੱਸੋ, ਇੰਨੀ ਵੇਟ ਨਹੀਂ। ਪਹਿਲੀ ਆਪਸ਼ਨ ਕਹਿ ਰਹੇ ਹੋ, ਉਹਦੇ ਵਿੱਚ ਤਾਂ ਬੱਚੇ ਦੁਬਿੰਦੀ ਲੱਗੀ ਹੋਈ ਹੈ, ਉਹਦੇ ਵਿੱਚ ਤਾਂ ਬਿੰਦੀ ਕੋਮਾ ਲੱਗਿਆ ਹੀ ਨਹੀਂ ਹੋਇਆ, ਅਰਧ ਵਿਰਾਮ ਚਿੰਨ੍ਹ ਹੀ ਨਹੀਂ ਲੱਗਿਆ ਹੋਇਆ। ਪਹਿਲੀ ਆਪਸ਼ਨ ਦਾ ਆਂਸਰ ਨਹੀਂ ਆ ਸਕਦੀ। ਕਹਿੰਦਾ ਬਿੰਦੀ ਕੋਮੇ ਦੀ ਠੀਕ ਵਰਤੋਂ ਕਿਹੜੇ ਵਾਕ ਦੇ ਵਿੱਚ ਹੋਈ ਹੈ? ਹਾਂ, ਦੂਜੀ ਆਪਸ਼ਨ। ਅਰਧ ਵਿਰਾਮ ਦੀ ਵਰਤੋਂ ਆਪਾਂ ਕਰਦੇ ਕਦੋਂ? ਜਦੋਂ ਕੋਮੇ ਨਾਲੋਂ ਜ਼ਿਆਦਾ ਠਹਿਰਾਵ ਦੀ ਲੋੜ ਹੁੰਦੀ ਹੈ, ਉਦੋਂ ਆਪਾਂ ਸੈਮੀਕੋਲਨ ਦੀ ਮਤਲਬ ਅਰਧ ਵਿਰਾਮ ਚਿੰਨ੍ਹ ਦੀ ਵਰਤੋਂ ਕਰਦੇ ਹਾਂ। ਕਹਿੰਦਾ ਕਿਸੇ ਤੇ ਜ਼ੁਲਮ ਨਾ ਕਰੋ, ਜ਼ੁਲਮ ਦਾ ਸਿਰ ਨੀਵਾ, ਜ਼ੁਲਮ ਕਰਨ ਵਾਲੇ ਵੱਧ ਫੁੱਲ ਨਹੀਂ ਸਕਦੇ। ਠੀਕ ਹੈ ਜੀ, ਫਿਰ ਕਿਹੜੀ ਆਪਸ਼ਨ ਆ ਜਾਏਗੀ? ਦੂਜੀ ਆਪਸ਼ਨ। ਚਲੋ 2 ਨੰਬਰ ਵਿੱਚ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਦੇ ਪੱਖ ਤੋਂ ਇਹਨਾਂ ਵਿੱਚੋਂ ਕਿਹੜਾ ਵਾਕ ਠੀਕ ਹੈ? ਵਿਸ਼ਰਾਮ ਚਿੰਨ੍ਹ ਦੀ ਵਰਤੋਂ ਦੇ ਪੱਖ ਤੋਂ ਇਹਨਾਂ ਵਿੱਚੋਂ ਕਿਹੜਾ ਵਾਕ ਠੀਕ ਹੈ? ਬਹੁਤ ਸਮਝਦਾਰੀ ਨਾਲ ਕਰਨੇ ਆ ਕੁਐਸਚਨ, ਜ਼ਰੂਰ ਆਉਂਦੇ ਆ, ਡੈਫੀਨੇਟਲੀ ਅੱਜ ਕੱਲ ਆਉਂਦੇ ਹੀ ਆਉਂਦੇ ਆ, ਪੂਰੀ ਗਰੰਟੀ ਆਉਂਦੇ ਆ। ਦੂਸਰੇ ਦਾ क्वेश्चन नंबर 2 ਦਾ सी ऑप्शन। ਉਹ ਵਿਦਿਆਰਥੀ ਜੋ, ਦੇਖੋ ਇੱਥੇ ਆਪਾਂ ਸਟਾਪੇਜ ਨਹੀਂ ਹੋਈ, ਉਹ ਵਿਦਿਆਰਥੀ ਆਪਾਂ ਕੋਈ ਲਗਾਤਾਰ ਬੋਲਾਂਗੇ ਉਹ ਵਿਦਿਆਰਥੀ ਜੋ ਮਿਹਨਤ ਕਰਦਾ ਹੈ, ਥੋੜਾ ਠਹਿਰਾਵ ਨਹੀਂ ਆ ਰਿਹਾ, ਉਹ ਵਿਦਿਆਰਥੀ ਜੋ ਮਿਹਨਤ ਕਰਦਾ ਹੈ ਪਾਸ ਹੋ ਜਾਂਦਾ ਹੈ। ਕਿੰਨੀ ਵਾਰੀ ਰੁਕੇ ਹੋ ਤੁਸੀਂ? ਦੇਖੋ ਹੁਣ ਕਿਹੜੀ ਆਪਸ਼ਨ ਬਣੇਗੀ। ਹਾਂ ਬਿਲਕੁਲ ਸਹੀ, ਡੀ ਆਪਸ਼ਨ। ਠੀਕ ਹੈ ਜੀ, ਦੂਜੇ ਦੀ ਡੀ ਆਪਸ਼ਨ। ਜਦੋਂ ਥੋੜੀ ਰੁਕ ਰੁਕ ਕੇ ਆਪਾਂ ਗੱਲ ਕਰ ਰਹੇ ਹਾਂ। ਤੀਜੇ ਦਾ ਪੁੱਠੇ ਕੋਮਿਆਂ ਦੀ, ਇਨਵਰਟਡ ਕੋਮਾਸ ਦੀ ਠੀਕ ਵਰਤੋਂ ਦੇਖੋ ਕਿਹੜੇ ਸੈਂਟੈਂਸ ਦੇ ਵਿੱਚ ਹੋਈ ਹੈ? ਤੀਸਰੇ ਦਾ ਤੀਜੇ ਦੀ ਦੂਜੀ ਆਪਸ਼ਨ। ਦੇਖੋ ਜਦੋਂ ਕਿਸੇ ਚੀਜ਼ ਨੂੰ ਐਮਫੇਸਾਈਜ਼ ਕਰਦੇ ਆ ਨਾ, ਉਦੋਂ ਸਿੰਗਲ ਕੋਮਿਆਂ ਵਿੱਚ ਰੱਖਦੇ ਹੁੰਦੇ ਆ, ਦੂਰੇ ਕੋਮਿਆਂ 'ਚ ਨਹੀਂ ਰੱਖਦੇ ਹੁੰਦੇ। ਠੀਕ ਹੈ, ਉਦੋਂ ਦੂਰੇ ਕੋਮਿਆਂ ਦੇ ਵਿੱਚ ਨਹੀਂ ਰੱਖਦੇ ਹੁੰਦੇ। ਦੂਜੀ ਆਪਸ਼ਨ ਕੱਟੀ ਗਈ ਕਿਉਂਕਿ ਕੱਲੀ ਸਵੈ ਜੀਵਨੀ ਕੋਮਿਆਂ 'ਚ ਰੱਖੀ ਹੈ। ਇਹਦੇ ਵਿੱਚ ਕੋਮੇ ਜੀਵਨ ਕਹਾਣੀ ਨੂੰ ਸਵੈ ਜੀਵਨੀ, ਇਹ ਵੀ ਗਲਤ ਹੈ। ਇਨਵਰਟਡ ਕੋਮਾਸ ਦੀ ਆਪਾਂ ਕਦੋਂ ਵਰਤੋਂ ਕਰਦੇ ਹਾਂ? ਜਿਵੇਂ ਮੰਨ ਲਓ ਮੈਂ ਕਹਾਂ ਸ਼ੀ ਸੈਡ ਕੋਮਾ ਇਨਵਰਟਡ ਕੋਮਾ ਸਟਾਰਟ, ਹਨਾ, ਅੱਗੋਂ ਜੋ ਵੀ ਸੈਂਟੈਂਸ ਹੈ ਓਨੈਸਟੀ ਇਜ਼ ਦਾ ਬੈਸਟ ਪੋਲਿਸੀ, ਫੁੱਲ ਸਟਾਪ ਕੋਮਾਸ ਕਲੋਜ਼। ਇਹਦਾ ਮਤਲਬ ਆਖਦੇ ਹਨ, ਇਹ ਤਾਂ ਪਿੱਛੇ ਰਹਿ ਗਿਆ, ਫਿਰ ਸਾਰਾ ਵਾਕ ਕੋਮਿਆਂ ਵਿੱਚ ਰੱਖਿਆ ਹੋਇਆ ਹੈ। ਹਾਂ ਕਲਪਨਾ ਜੀ, ਬੇਅੰਤ ਕੁਮਾਰੀ ਜੀ, ਬੇਅੰਤ ਕੌਰ ਜੀ, ਕਲਪਨਾ ਕੁਮਾਰੀ ਜੀ ਬਿਲਕੁਲ ਸਹੀ ਹੈ, ਤੀਜੇ ਦੀ ਪਹਿਲੀ ਆਪਸ਼ਨ। 4 ਨੰਬਰ ਕੁਐਸਚਨ ਦੇ ਵਿੱਚ ਠੀਕ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਵਾਲਾ ਵਾਕ ਦੱਸੋ। ਠੀਕ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਵਾਲਾ ਵਾਕ ਦੱਸੋ। आज बाकी नहीं आए, क्यों नहीं आए? निशा रानी गुड इवनिंग। लगता है आज फिर अष्टमी मनाने गए हैं। सॉरी। क्वेश्चन नंबर 4 ਦਾ ਠੀਕ ਵਿਸ਼ਰਾਮ ਚਿੰਨ੍ਹ ਦੀ ਵਰਤੋਂ ਵਾਲਾ ਵਾਕ ਦੱਸੋ। चौथे ਦਾ डी ऑप्शन कह रहे हो सब? हाँ डी ऑप्शन, बेअंत जी बिल्कुल सही है, कल्पना कुमारी जी, परवीन जी बिल्कुल सही है, निशा राणी जी तुसी मैनू हजे जवाब नहीं दिता। हाँ अमन बराड़ जी बिल्कुल सही, चौथे दी चौथी ऑप्शन। 5 नंबर वाक ਦੇ ਵਿੱਚ ਦੂਰੇ ਪੁੱਠੇ ਕੋਮੇ ਦੀ ਠੀਕ ਵਰਤੋਂ। ਕਿਹੜੇ ਵਾਕ ਦੇ ਵਿੱਚ ਦੂਰੇ ਪੁੱਠੇ ਕੋਮੇ ਦੀ ਠੀਕ ਵਰਤੋਂ ਕੀਤੀ ਗਈ ਹੈ? क्वेश्चन नंबर 5 ਦਾ
बी बी ऑप्शन कह रहे हो बापूजी मैनू मां ने मारिया। नहीं भाई बी तो गलत है। पंजवे दी बी गलत है। हाँ सी ऑप्शन सही है। निहाल चंद ने हटकोरे लेंदिया क्या ठीक है जी बापू जी मैनू मां ने मारिया। जो क्या वो सारा सेंटेंस वाकों दे विच रखिया होया कोमियां दे विच। पंजवें दा सी ऑप्शन। छेवें दा केड़े वाक दूरे पुठे कोमे दी ठीक वरतों कीती गई है। केड़े वाक विच दूरे पुठे कोमे दी ठीक वरतों कीती गई है छेवें दा। केहा तो बाद भी कोमा सी। हाँ इत्थे ए वाला कोमा ना प्रिंटिंग एरर हो गई इत्थे होना चाहिदा सी। ये मैं सही करा दांगी। छेवें दा क्वेश्चन नंबर 6 दा छेवें दा सी ऑप्शन बिल्कुल सही है। भाई वीर सिंह दा कथन है कोमा इन्वर्टेड कोमा स्टार्ट है ना फिर फुल स्टॉप मतलब डंडी कोमाज क्लोज। छेवें दी सी ऑप्शन। ठीक विश्राम दी वरतों वाला केड़ा वाक सही है। ठीक विश्राम चिन्ह दी वरतों केड़े वाक विच कीती गई है 7 दा। क्वेश्चन नंबर 7 दा हाँ जी बिल्कुल सही दूजी ऑप्शन। एक साधारण वाक है विधाता सिंह तीर दी कविता है। 8 दा केड़े वाक विच कोमे दी ठीक वरतों कीती गई है। केड़े वाक विच कोमे दी ठीक वरतों कीती गई है। 8वें दा सी ऑप्शन बिल्कुल सही है प्रकाश बई। तेनू बहुत गल्लां आउण लग पईयां ने। 9वें दा केड़े वाक दे विच दुबिंदी डैश दी वरतों दसो बई दुबिंदी डैश दी वरतों उदाहरण देण समय ਜਾਂ ਕਿਸੇ ਚੀਜ਼ ਦਾ ਵੇਰਵਾ ਦੇਣ ਲੱਗਿਆ ਆਪਾਂ ਦੁਬਿੰਦੀ ਡੈਸ਼ ਦੀ ਵਰਤੋਂ ਕਰਦੇ ਹਾਂ। ਦੇਖੋ ਕਿਹੜੀ ਆਪਸ਼ਨ ਸਹੀ ਹੈ। दूजी ऑप्शन बिल्कुल सही सिमरजीत जी सही कह रहे हो। रंजीत जी बिल्कुल सही किया है। बेअंत कौर जी बिल्कुल सही है। मैनू इन्हां चीजां दी लोड़ है एक चादर 2 तौलीए ते 2 दस्तारां। उस तो बाद 10 नंबर क्वेश्चन केड़े वाक विच कोमा विश्राम चिन्हां दी ठीक वरतों होई है। क्वेश्चन नंबर 10 विच 10वें दा बच्चे हाँ पहली ऑप्शन मोहन सोहन अते राम गए। ठीक है इत्थे कोमे दी लोड़ नहीं हैगी सी। दूजी तां नहीं आ सकदा अते तो बाद कोमे दी लोड़ नहीं हैगी। ठीक है जी इत्थे भी अते तो बाद कोमे दी लोड़ नहीं हैगी। मोहन सोहन मेहन सेहन अते राम गए बिल्कुल सही पहली ऑप्शन। 11 दा ठीक विश्राम चिन्ह दी वरतों वाला वाक चुनो। 11 दा बच्चे सही है सिमरनजीत जी सही है बिल्कुल सही है। अद्धे पंजाब ने अपना ये बैच ज्वाइन किया होया है पर क्लास पता नहीं सारे रिकॉर्डेड वीडियो सुन के ज्यादा खुश होंगे है। 11 दा
ठीक विश्राम चिन्ह दी वरतों वाला वाक चुनो। दुबिंदी लगी हुई है ना, दुबिंदी कदों लांदे हुन्ने आपां जदों दो वाक होण, पहला वाक पूरा होवे ते दूजा उंदी प्रौढ़ता करदा होवे। ठीक है जी। 11 ਦਾ ਫਿਰ ਕੀ ਆ ਜਾਏਗਾ, ਹੁਣ ਸਮਾਂ ਬੜਾ ਖਰਾਬ ਹੈ। ਇੱਕ ਵਾਕ ਪੂਰਾ ਨਾ ਵੀ ਸਮਾਂ ਬੜਾ ਖਰਾਬ ਹੈ। ਫਿਰ ਦੁਬਿੰਦੀ ਲਾ ਦਿੱਤੀ ਚੌਥੀ ਆਪਸ਼ਨ ਦੇ ਵਿੱਚ, ਢਿੱਡ ਢਿੱਡ ਦਾ ਵੈਰੀ ਬਣ ਗਿਆ ਹੈ। ਉਹਦੀ ਐਕਸਪਲੇਨੇਸ਼ਨ ਦੇਤੀ ਵੀ ਸਮਾਂ ਖਰਾਬ ਹੈ, ਕਿਉਂ ਖਰਾਬ ਹੈ, ਉਹਦੀ ਐਕਸਪਲੇਨੇਸ਼ਨ ਦਿੱਤੀ ਹੈ, ਉਹਦੀ ਪ੍ਰੌੜਤਾ ਕੀਤੀ ਹੈ। 11 ਦਾ ਚੌਥੀ ਆਪਸ਼ਨ ਬਿਲਕੁਲ ਸਹੀ। 12 ਦਾ ਵਾਕ ਦੂਰੇ ਪੁੱਠੇ ਕੋਮੇ ਦੀ ਠੀਕ ਵਰਤੋਂ ਕੀਤੀ ਗਈ ਹੈ। ਕਿਹੜੇ ਵਾਕ ਵਿੱਚ ਕੀਤੀ ਹੈ? 12 ਦਾ क्वेश्चन सेम आ गया। हाँ, कोमा इत्थे ही होना चाहिए सी। सी ऑप्शन। निहाल चंद ने हटकोरे लैंदियां कहा, बापू जी मैनू मां ने मारिया। हाँ सही है जी, 12 ਦਾ सी ऑप्शन। ਕਿਹੜੇ ਵਾਕ ਵਿੱਚ ਵਿਸ਼ਰਾਮ ਚਿੰਨ੍ਹ ਦੀ ਠੀਕ ਵਰਤੋਂ ਹੋਈ ਹੈ? 13 ਦਾ ਜੋੜਨੀ ਲੱਗੀ ਹੋਈ ਹੈ, ਕੋਮੇ ਤੇ ਜੋੜਨੀ ਦੋਵਾਂ ਦਾ ਪ੍ਰਯੋਗ ਹੋਇਆ ਹੈ। ਵੇਖੋ ਕਿਹੜਾ ਵਾਕ ਸਹੀ ਹੈ 13 ਦਾ। 13 ਦਾ ਬੱਚੇ ਭਲਾ ਬੁਰਾ ਚੰਗਾ ਮੰਦਾ, ਇੱਥੇ ਕੋਮਾ ਹੀ ਨਹੀਂ ਦਿੱਤਾ, ਦੂਜੀ ਆਪਸ਼ਨ ਨਹੀਂ ਆ ਸਕਦੀ। ਹਾਂ ਤੀਜੀ ਆਪਸ਼ਨ, ਦੁੱਖ ਸੁੱਖ ਭਲਾ ਬੁਰਾ ਚੰਗਾ ਮੰਦਾ। ਠੀਕ ਹੈ ਜੀ। ਮਨੁੱਖ ਦੇ ਆਪਣੇ ਹੱਥ ਨਹੀਂ ਹੈ। ਜੋੜਨੀ ਦੀ ਵਰਤੋਂ ਕਰਦੇ ਕਦੋਂ ਕਰਦੇ ਆਪਾਂ? ਵਿਰੋਧੀ ਸ਼ਬਦਾਂ ਦੇ ਵਿੱਚ ਕਰਦੇ ਆ, ਸਮਾਸੀ ਦੇ ਵਿੱਚ ਵੀ ਕਰ ਲੈਂਦੇ ਆ, ਹਨਾ। ਜੋੜਨੀ ਦੀ ਵਰਤੋਂ ਐਵੇਂ ਹੀ ਕਰਦੇ ਆ। ਸਮਾਸੀ ਸ਼ਬਦਾਂ ਦੇ ਵਿੱਚ ਇੱਕੋ ਅਰਥ ਵਾਲੇ ਸ਼ਬਦ ਲਿਖਣੇ ਹੋਣ ਤਾਂ ਵੀ ਕਰ ਲੈਂਦੇ ਆ। ਚਲੋ 14 ਦਾ ਇਹਦਾ ਮਤਲਬ 13 ਦੀ ਤੀਜੀ ਆਪਸ਼ਨ ਬਿਲਕੁਲ ਸਹੀ ਹੈ। ਮੀਨਾਕਸ਼ੀ ਭਾਰਤੀ ਜੀ ਬਹੁਤ ਅੱਛਾ। 14 ਦਾ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਰੋਜ਼ ਵਾਲੇ ਬੱਚੇ ਵੇਖਦੀ ਆ ਮੈਂ। ਮੇਰੀ ਤਾਂ ਉਮਰ ਹੀ 100 ਸਾਲ ਹੋ ਜਾਣੀ ਹੈ। ਠੀਕ ਵਿਸ਼ਰਾਮ ਚਿੰਨ੍ਹ ਵਾਲਾ ਵਾਕ ਦੱਸੋ। 14 ਦੀ ਸੀ ਆਪਸ਼ਨ, ਨੈਪੋਲੀਅਨ ਦਾ ਕਥਨ ਹੈ ਅਸੰਭਵ ਸ਼ਬਦ ਮੂਰਖਾਂ ਦੇ ਕੋਸ਼ ਵਿੱਚ ਮਿਲਦਾ ਹੈ। ਹਾਂ ਬਿਲਕੁਲ ਸਹੀ। ਕੋਮਾ ਇਨਵਰਟਡ ਕੋਮਾ ਸਟਾਰਟ, ਇਹਦੇ ਵਿੱਚ ਕੀ ਕਰਿਆ ਉਹਨੇ? ਹਾਈਫਨ ਲਗਾ ਦਿੱਤਾ, ਜੋੜਨੀ ਲਗਾ ਦਿੱਤੀ, ਇਹਦੇ ਚ ਇੱਥੇ ਕੋਮਾ ਕੋਮੇ ਸ਼ੁਰੂ ਹੀ ਨਹੀਂ ਕੀਤੇ, ਇੱਥੇ ਕੋਈ ਗੱਲਬਾਤ ਹੀ ਨਹੀਂ ਕਰੀ। ਤੀਜੀ ਆਪਸ਼ਨ 14 ਦਾ ਤੀਜੀ ਆਪਸ਼ਨ ਬਿਲਕੁਲ ਸਹੀ। ਅਮਨ ਬਰਾੜ ਜੀ, ਕਲਪਨਾ ਕੁਮਾਰੀ ਜੀ, ਬੇਅੰਤ ਜੀ, ਪ੍ਰਵੀਨ ਜੀ ਬਿਲਕੁਲ ਸਹੀ। ਚਲੋ क्वेश्चन नंबर 15, विश्राम चिन्ह की वरतों के पक्ष तो केड़ा वाक ठीक है? विश्राम चिन्ह की वरतों के पक्ष तो केड़ा वाक ठीक है? क्वेश्चन नंबर 15 का 15 की दूजी ऑप्शन कह रहे हो, चेक कर लेने। ये वही मुंडा है जेड़ा अक्सर झूठ बोलता है। बिल्कुल सही। थोड़ा जा ठहराव सी भी वो मुंडा है, ओए ये तो मुंडा है जेड़ा झूठ बोलता रहता है, खड़ा। 15 का दूजी ऑप्शन बिल्कुल सही। क्या बात है। 16 का ठीक विश्राम चिन्ह की वरतों वाला वाक चुनो। ठीक विश्राम चिन्ह की वरतों वाला वाक चुनो। 16 का 15 शब्द सही है। क्या बात है, बहुत अच्छा। 16 का 16 का हाँ 16 का दूजी ऑप्शन, गुरु जी ने आख्या सी कोमा इनवर्टेड कोमा स्टार्ट, हक पराया नानका सुअर गाए। ठीक है, दो क्योंकि तुक्कां दे विच दो लाइन आपां लगा दिन्ने आ, फिर कोमाज क्लोज। किहड़े वाक विच डैश दी ठीक वरतों कीती गई है? 17 का किहड़े वाक विच ठीक डैश दी ठीक वरतों कीती गई है? 17 का बच्चे पहले नहीं, जो तुसी वाक लिखते हो ऐ लिखते हो मैं हाइफन पा के। 17 का चौथी ऑप्शन बहुत अच्छा। क्या बात है सिमरन जी, बिल्कुल सही है। इन्हां विचों कोई नहीं। सब तो वध धोखा उदों हुंदा जदों इन्हां विचों कोई नहीं, नन ऑफ द अबव आ जे, नोटा ऑप्शन आ जे। 18 का ठीक विश्राम चिन्ह की वरतों वाला वाक चुनो। हाँ सही है परवीन जी, डी ऑप्शन सही है, सही है। ठीक विश्राम चिन्ह की वरतों वाला वाक चुनो। What will be the answer of question number 18?
हाँ फर्स्ट ऑप्शन, कोई ना कोई योजना बना ली, लोकां विच जोश भर दिता है, वधिया काम है। 19 ਦਾ ਕਿਹੜੇ ਵਾਕ ਵਿੱਚ ਕੋਮੇ ਦੀ ਠੀਕ ਵਰਤੋਂ ਹੋਈ ਹੈ? क्वेश्चन नंबर 19 ਦਾ 19 ਦਾ ਭੁੱਖ ਤਾਂ ਨਹੀਂ ਲੱਗ ਗਈ? ਦੂਜੀ ਆਪਸ਼ਨ ਮਟਰ ਪਨੀਰ ਤੇ ਘਿਓ। ਨਹੀਂ ਬੱਚੇ, ਦੂਜੀ ਆਪਸ਼ਨ ਪਨੀਰ ਤੋਂ ਬਾਅਦ ਆਪਾਂ ਕੋਮਾ ਕਦੋਂ ਲਾਣਾ ਹੈ? ਦੂਜੀ ਨਹੀਂ ਲਈ ਲੈਮੀਨੇਟ ਕਰੋ। ਹਾਂ ਫਸਟ ਆਪਸ਼ਨ ਇਹ ਚੀਜ਼ਾਂ ਭੇਜ ਦੇਣਾ, ਮਟਰ ਪਨੀਰ ਤੇ ਘਿਓ। ਠੀਕ ਹੈ ਜੀ 19 ਦੀ ਫਸਟ ਆਪਸ਼ਨ। ਕੁਐਸਚਨ ਨੰਬਰ B, ਦੁਬਿੰਦੀ ਦੀ ਠੀਕ ਵਰਤੋਂ ਕਿਹੜੇ ਵਾਕ ਵਿੱਚ ਹੋਈ ਹੈ? बीवें ਦਾ ਸਾਡਾ ਉਦਮ ਹੀ ਸਾਡਾ ਰੱਬ ਹੈ, ਇੱਥੇ ਤਾਂ ਦੁਬਿੰਦੀ ਦੀ ਵਰਤੋਂ ਹੀ ਨਹੀਂ ਹੋਈ ਪਹਿਲੀ ਆਪਸ਼ਨ 'ਚ। ਹਾਂ ਅਮਨ ਬਰਾੜ ਜੀ ਬਿਲਕੁਲ ਸਹੀ। ਦੂਜੀ ਆਪਸ਼ਨ ਬੇਅੰਤ ਜੀ ਬਿਲਕੁਲ ਸਹੀ। ਮੀਨਾਕਸ਼ੀ ਭਾਰਤੀ, ਰਣਜੀਤ ਜੀ, ਸਭ ਦਾ ਸਹੀ ਹੈ। ਸਾਡਾ ਉਦਮ ਹੀ ਸਾਡਾ ਰੱਬ ਹੈ, ਵਾਕ ਪੂਰਾ ਹੋ ਗਿਆ। ਦੂਜੇ ਵਾਕ ਦੀ ਐਕਸਪਲੇਨੇਸ਼ਨ ਦੇਤੀ, ਇਸ ਤੋਂ ਵੱਡਾ ਹੋਰ ਕੋਈ ਰੱਬ ਹੀ ਨਹੀਂ ਹੈਗਾ। ਆਪਣੀ ਕੋਸ਼ਿਸ਼ ਹੀ ਆਪਣਾ ਰੱਬ ਹੈ। ਹਨਾ, ਜਦੋਂ ਵੀ ਕਿਸੇ ਦਾ ਸਤਸੰਗ ਸੁਣਦੇ ਹੀ ਕਹਿੰਦੇ ਕਰਮ ਕਰੋ, ਕਰਮ ਹੀ ਤਾਂ ਕਰੀ ਜਾ ਰਹੇ ਹੈ, ਕਰਮ ਹੀ ਕਰੀ ਜਾ ਰਹੇ ਹੋ, ਪੜ ਰਹੇ ਹੋ, ਵੀ ਤਾਂ ਕਰਮ ਹੈ। ਠੀਕ ਹੈ, ਥੈਂਕ ਯੂ ਸੋ ਮਚ। ਅੱਗੋਂ ਹੁਣ ਆਪਾਂ ਪਾਠ ਸ਼ੁਰੂ ਕਰਦੇ ਹਾਂ। ਠੀਕ ਹੈ ਜੀ, ਕੁਐਸਚਨਸ ਕਰਨ ਦੇ ਵਿੱਚ ਮੇਰਾ ਸਾਥ ਦੇਣ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਅਗਲਾ ਪਾਠ ਸ਼ੁਰੂ ਕਰਦੇ ਹਾਂ, ਫਿਰ ਉਹਦਾ ਟੈਸਟ ਕਰਾਂਗੇ। ਇਹ ਆਪਣਾ ਕੱਲ ਵਾਲਾ ਕੰਮ ਸੀ। ਜੇ ਕੋਈ ਦਿਨ ਮਿਸ ਹੋਵੇ ਚਿੰਤਾ ਨਹੀਂ ਕਰਨੀ, ਅਗਲੇ ਦਿਨ ਮੈਂ 2 ਦਿਨ ਦਾ ਕੰਮ ਕਰਵਾ ਹੀ ਦਿੰਦੀ ਹੁੰਨੀ ਆ। चैप्टर 12वां अपना शुरू हो गया। चलो ਹੁਣ ਆਪਾਂ ਵਿਸਮਿਕ ਚਿੰਨ ਕਰਨ ਲੱਗੇ। ਇੰਗਲਿਸ਼ ਦੇ ਵਿੱਚ ਇਹਨੂੰ ਕਹਿ ਦਿੰਦੇ ਐਕਸਕਲੇਮੇਟਰੀ। ਐਕਸਕਲੇਮ ਦਾ ਸਾਈਨ ਤੁਹਾਨੂੰ ਪਤਾ ਹੀ ਹੈ ਹਨਾ, ਇੰਗਲਿਸ਼ ਦੇ ਵਿੱਚ ਆਪਾਂ ਕਰਦੇ ਹਾਂ ਐਕਸਕਲੇਮੇਟਰੀ ਸਾਈਨ। ਇੰਗਲਿਸ਼ ਦੇ ਵਿੱਚ ਇਹਨੂੰ ਐਕਸਕਲੇਮੇਟਰੀ ਕਹਿੰਦੇ ਆ। ਐਲਾਸ, ਬ੍ਰਵੋ, ਹੁर्रा, ਇਹ ਵਾਲੇ ਵਰਡ ਯੂਜ਼ ਕਰਦੇ ਆ। ਠੀਕ ਹੈ, ਬੋਲਣ ਲੱਗਿਆ। ਕਹਿੰਦਾ ਪਰਿਭਾਸ਼ਾ, ਜਿਹੜੇ ਸ਼ਬਦ ਕਿਸੇ ਬੁਲਾਣ ਜਾਂ ਮਨ ਦੇ ਭਾਵ ਖੁਸ਼ੀ, ਗਮੀ, ਹੈਰਾਨੀ, ਹਾਸੇ, ਇੱਛਾ ਨੂੰ ਪ੍ਰਗਟ ਕਰਨ ਉਹਨੂੰ ਵਿਸਮਿਕ ਚਿੰਨ ਕਿਹਾ ਜਾਂਦਾ ਹੈ। हे परमात्मा, बल्ले बल्ले, काश, बेशरम, फिट्टे मुंह, शाबाश, धन्नवाद, ਇਹ ਸਾਰੇ ਵਿਸਮਿਕ ਚਿੰਨ ਨੇ। ਉਦਾਹਰਨ ਦਿੱਤੀ ਹੈ, ਬੱਲੇ ਬੱਲੇ ਤੂੰ ਤਾਂ ਕਮਾਲ ਹੀ ਕਰ ਦਿੱਤਾ, ਧੰਨਵਾਦ ਤੁਸੀਂ ਸਾਡੇ ਘਰ ਚਰਨ ਪਾਏ। ਜਿਹੜੇ ਵਿਸਮਿਕ ਚਿੰਨ ਨੇ ਬਹੁਤ ਸਾਰੀਆਂ ਥਾਵਾਂ ਤੇ ਤੁਹਾਨੂੰ 10 ਵੀ ਮਿਲੇਗਾ, ਬਹੁਤ ਸਾਰੀਆਂ ਥਾਵਾਂ ਤੇ 9 ਮਿਲੇਗਾ। ਜਿਹੜੀ 10ਵੀਂ ਕਿਸਮ ਉਹ ਖੁਸ਼ੀਵਾਚਕ ਹੁੰਦੀ ਹੈ। ਠੀਕ ਹੈ, ਪਰ ਜਦੋਂ ਆਪਾਂ ਪਰਸਨ ਨੂੰ ਨਿਆ ਨਾ ਪ੍ਰਸੰਨਤਾ ਦੇ ਵਿੱਚ ਖੁਸ਼ੀ ਛੁਪੀ ਹੁੰਦੀ ਹੈ ਤੇ ਤੁਸੀਂ 9 ਹੀ ਆਪਸ਼ਨ ਲਾਣੀ ਹੈ। ਇਹ PSSB ਦੇ ਪੇਪਰ ਦਾ ਕੁਐਸਚਨ ਵੀ ਹੈ। ਠੀਕ ਹੈ, ਇੱਕ ਫਰੀਦਕੋਟ ਵਾਲੇ ਯੂਨੀਵਰਸਿਟੀ ਵਾਲੇ ਪੇਪਰ ਲੈਂਦੇ ਆ, ਉਹਦੇ ਵਿੱਚ ਵੀ ਇਹ ਕੁਐਸਚਨ ਆਇਆ ਸੀ। 40 ਨੰਬਰ ਦਾ ਉਹਨਾਂ ਨੇ ਪੇਪਰ ਲਿਆ ਸੀ। ਉਹਦੇ ਵਿੱਚ ਇਹ ਨਹੀਂ ਸੀ ਕੁਆਲੀਫਾਈਂਗ ਪੇਪਰ ਨਹੀਂ ਸੀ, ਉਹ ਮਾਰਕਸ ਹੀ ਬਣਨੇ ਸੀ। ਉਹਦੇ ਵਿੱਚ ਵੀ ਇਹ ਕੁਐਸਚਨ ਆਇਆ ਸੀ ਵੀ ਵਿਸਮਿਕ ਚਿੰਨ ਕਿੰਨੀ ਤਰ੍ਹਾਂ ਦੇ ਹੁੰਦੇ ਆ? 9 ਤਰ੍ਹਾਂ ਦੇ ਹੁੰਦੇ ਆ। 9 ਆਪਸ਼ਨ ਨਹੀਂ ਦਿੱਤੀ ਉਹਨਾਂ ਨੇ। ਕਿਹੜੇ ਕਿਹੜੇ? ਸੰਬੋਧਨੀ, सूचनावाचक, प्रशंसावाचक, शोकवाचक, सत्कारवाचक, फिटकारवाचक, असीस, इच्छावाचक ਤੇ ਹੈਰਾਨੀਵਾਚਕ। ਸਭ ਤੋਂ ਪਹਿਲਾਂ ਸੰਬੋਧਨੀ, ਜਦੋਂ ਮਤਲਬ ਆਪਾਂ ਕਿਸੇ ਨੂੰ ਸੰਬੋਧਨ ਕਰਦੇ ਆ, ਜਿਹੜੇ ਵਿਸਮਿਕ ਕਿਸੇ ਨੂੰ ਬੁਲਾਉਣ ਦੇ ਲਈ ਵਰਤੇ ਜਾਣ। ਠੀਕ ਹੈ, ਜਿਵੇਂ ਆਪਾਂ ਕਹਿੰਦੇ ਵੇ ਨੀ ਕੁੜੀਏ, ਓਏ ਇਧਰ ਆ, ਓਏ ਮੁੰਡਿਆ। ਠੀਕ ਹੈ, ਓਏ ਮੁੰਡਿਓ ਰੋਲਾ ਨਾ ਪਾਓ, ਨੀ ਕੁੜੀਏ ਪੱਖਾ ਬੰਦ ਕਰ। ਠੀਕ ਹੈ, ਕਿਸੇ ਨੂੰ ਸੰਬੋਧਨ ਕਰਨਾ। हाँ, गुड इवनिंग प्रियांशु जी। सूचनावाचक विस्मिक, ਜਿਹੜੇ ਵਿਸਮਿਕ ਸੁਚੇਤ ਕਰਨ ਜਾਂ ਤਾੜਨਾ ਕਰਨ ਦੇ ਲਈ ਵਰਤੇ ਜਾਂਦੇ ਆ, ਉਹਨਾਂ ਨੂੰ ਸੂਚਨਾਵਾਚਕ ਕਹਿੰਦੇ ਆ। ਜਿਵੇਂ ਠਹਿਰੋ ਜਰਾ, ਬਚ ਕੇ, ਹਟ ਜਾਓ, ਹੋਸ਼ ਕਰ, ਮਤਲਬ ਅਕਲ ਕਰ। ਆਪਾਂ ਤਾਂ ਇਹ ਯੂਜ਼ ਕਰਦੇ ਆ ਅਕਲ ਕਰ, ਹਨਾ। ਖਬਰਦਾਰ ਸੁਣੋ ਜੀ, ਜਾਗਦੇ ਰਹੋ। ਅਕਲ ਕਰ, ਅੱਗੇ ਤੋਂ ਇਹ ਗਲਤੀ ਨਾ ਕਰੀ, ਮਤਲਬ ਹੋਸ਼ ਕਰ, ਅੱਗੇ ਤੋਂ ਇਹ ਗਲਤੀ ਨਾ ਕਰੀ। ਦੇਖਿਓ ਉਸ ਤੇ ਇਤਬਾਰ ਕਰਕੇ ਬੁਰੇ ਫਸ ਜਾਵੋਗੇ। ਉਸ ਤੋਂ ਬਾਅਦ ਪ੍ਰਸ਼ੰਸਾਵਾਚਕ, ਜਿਹੜੇ ਵਿਸਮਿਕ ਪ੍ਰਸ਼ੰਸਾ, ਖੁਸ਼ੀ, ਹੁਲਾਸ ਤੇ ਭਾਵਾਂ ਨੂੰ ਪ੍ਰਗਟ ਕਰਨਾ। ਦੇਖੋ ਆ ਗਿਆ ਨਾ ਖੁਸ਼ੀ,
ਉਹਨਾਂ ਨੂੰ ਪ੍ਰਸ਼ੰਸਾਵਾਚਕ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ ਵਾਹ, ਸ਼ਾਬਾਸ਼, ਆਹਾ, ਖੂਬ, ਧੰਨ, ਬਹੁਤ ਅੱਛਾ, ਕਮਾਲ ਹੈ ਬਈ, ਕਮਾਲ ਹੈ, ਇਹ ਤਸਵੀਰ ਤੁਸੀਂ ਬਣਾਈ ਹੈ, ਵਾਹ, ਤੈਨੂੰ ਮਿਲ ਕੇ ਮਨ ਹੀ ਖੁਸ਼ ਹੋ ਗਿਆ। ਸ਼ੋਕਵਾਚਕ ਜਿਹੜਾ ਸ਼ੋਕ ਦੁੱਖ ਦੇ ਭਾਵ ਪ੍ਰਗਟ ਕਰੇ ਉਹਨਾਂ ਨੂੰ ਸ਼ੋਕਵਾਚਕ ਕਿਹਾ ਜਾਂਦਾ ਹੈ। ਜਿਵੇਂ ਹਾਏ, ਓਏ ਮਾਂ, ਹਾਏ ਓਏ, ਹਾਏ ਰੱਬਾ, ਅਫਸੋਸ, ਇਹ ਕੀ ਭਾਣਾ ਵਰਤ ਗਿਆ, ਹਾਏ ਰੱਬਾ, ਗਰੀਬ ਤੇ ਅਜਿਹੀਆਂ ਮੁਸੀਬਤਾਂ ਕਿਉਂ ਆਉਂਦੀਆਂ ਨੇ। ਸਤਿਕਾਰਵਾਚਕ ਵਿਸਮਿਕ ਜਿਹੜੇ ਸ਼ਬਦ ਕਿਸੇ ਦੇ ਲਈ ਸਤਿਕਾਰ ਜਾਂ ਪਿਆਰ ਦੇ ਭਾਵ ਨੂੰ ਪ੍ਰਗਟ ਕਰਨ ਉਹਨਾਂ ਨੂੰ ਸਤਿਕਾਰਵਾਚਕ ਵਿਸਮਿਕ ਕਿਹਾ ਜਾਂਦਾ ਹੈ। ਜਿਵੇਂ ਧੰਨਵਾਦ, ਜੀ ਆਇਆਂ ਨੂੰ, ਆਓ ਜੀ ਆਓ, ਜੀ ਆਇਆਂ ਨੂੰ, ਤੁਸੀਂ ਬੜੀ ਦੇਰ ਮਗਰੋਂ ਦਰਸ਼ਨ ਦਿੱਤੇ ਆ, ਆਓ ਜੀ, ਆਰਾਮ ਨਾਲ ਖੁੱਲੇ ਹੋ ਕੇ ਬੈਠੋ, ਲਾ ਦੋ ਚੱਪਲਾਂ, ਲਾ ਦੋ ਉੱਤੇ, ਬਹਿ ਜਾਓ ਆਰਾਮ ਨਾਲ ਬੈਠੋ ਜੀ। ਫਿਰ ਫਿਟਕਾਰਵਾਚਕ, ਜਦੋਂ ਬਾਲੇ ਦਿਨ ਬਹਿ ਜਾਏ ਅਗਲਾ ਤਾਂ ਫਿਟਕਾਰਵਾਚਕ, ਦੇਖਿਆ, ਖੁਸ਼ ਹੋ ਗਏ ਨਾ। ਜਿਹੜੇ ਸ਼ਬਦ ਲਾਨਤ ਜਾਂ ਫਿਟਕਾਰ ਦੇ ਭਾਵ ਪ੍ਰਗਟ ਕਰੇ, ਬੇਸ਼ਰਮਾ, ਹੁਣ ਕਦੋਂ ਜਾਣਾ, ਇੰਨੇ ਦਿਨ ਹੋ ਗਏ ਤੈਨੂੰ, ਫਿੱਟੇ ਮੂੰਹ, ਲੱਖ ਲਾਨਤਾਂ, ਪਿਤਾ ਸਾਹਮਣੇ ਬੋਲਦਾ, ਤੈਨੂੰ ਸ਼ਰਮ ਨਹੀਂ ਆਉਂਦੀ, ਫਿੱਟੇ ਮੂੰਹ, ਤੂੰ ਇਹ ਭੈੜੇ ਕੰਮ ਕੀਤੇ। ਦੇਖੋ ਬੇਅੰਤ ਕਿੰਨੀ ਖੁਸ਼ ਹੋ ਰਹੀ ਹੈ। ਉਸ ਤੋਂ ਬਾਅਦ ਹੈ ਸੀਸਵਾਚਕ, ਜਿਹੜੇ ਵਿਸਮਿਕ ਆਸ਼ੀਰਵਾਦ ਜਾਂ ਸੀਸ ਦੇ ਭਾਵ ਨੂੰ ਪ੍ਰਗਟ ਕਰੇ। ਗੁੱਡ ਸੁਹਾਗਣ ਹੋ, ਖੁਸ਼ੀ ਰਹੋ, ਜਵਾਨੀਆਂ ਮਾਣੋ, ਜਿਉਂਦੇ ਰਹੋ, ਸਾਈਂ ਜੀਵੇ, ਤੂੰ ਮੇਰੀ ਸਹਾਇਤਾ ਕਰਕੇ ਬੜਾ ਪੁੰਨ ਖੱਟ ਲਿਆ, ਖੁਸ਼ ਰਹੋ, ਇਸੇ ਤਰ੍ਹਾਂ ਹੀ ਲੋੜਵੰਦ ਦੀ ਸਹਾਇਤਾ ਕਰਦੇ ਰਹੋ। ਫਿਰ ਇੱਛਾਵਾਚਕ, ਜਿਹੜੇ ਵਿਸਮਿਕ ਮਨ ਦੀ ਇੱਛਾ ਪ੍ਰਗਟ ਕਰਨ ਲਈ ਵਰਤੇ ਜਾਣ। ਠੀਕ ਹੈ ਜੀ, ਪਰਮਾਤਮਾ ਪ੍ਰਗਟ ਉਹਨਾਂ ਨੂੰ ਇੱਛਾਵਾਚਕ ਕਹਿੰਦੇ ਆ। ਜਿਵੇਂ ਤੁਸੀਂ ਕਹਿੰਦੇ ਹੋ ਨਾ, ਹੇ ਕਰਤਾਰ, ਹੇ ਭਗਵਾਨ, ਕਾਸ਼, ਹਨਾ, ਬਖਸ਼ੀ ਪਰਮਾਤਮਾ, ਹਾਏ ਜੇ, ਹੇ ਪਰਮਾਤਮਾ। ਇੱਛਾ ਮਤਲਬ ਹਾਏ ਜੇ ਮੈਂ ਕਰੋੜਪਤੀ ਹੁੰਦਾ, ਹਾਏ ਜੇ ਮੈਂ ਪੰਛੀ ਹੁੰਦਾ, ਹੁਣ ਆਪਾਂ ਕਿਹੜਾ ਉੱਡਣ ਲੱਗਦੇ ਆ, ਪੰਛੀ ਹੁੰਦਾ ਹੈਗੇ ਤਾਂ ਨਹੀਂ। ਜੇ ਕਿਤੇ ਮੇਰੇ ਕੋਲ ਵੱਡੀ ਕਾਰ ਹੁੰਦੀ, ਚਲੇ ਤਾਂ ਆਈ ਜਾਵੇਗੀ, ਇਹਦੀ ਚਿੰਤਾ ਨਾ ਕਰਿਆ ਜੀ। ਹੋਰ ਕੁਝ ਮੰਗਿਓ। ਹੈਰਾਨੀਵਾਚਕ, ਜਿਹੜੇ ਵਿਸਮਿਕ ਹੈਰਾਨੀ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ। ਹੈਰਾਨੀਵਾਚਕ ਵਿਸਮਿਕ ਕਿਹਾ ਜਾਂਦਾ ਹੈ, ਅੱਛਾ, ਵਾਹ ਬਈ ਵਾਹ, ਓਹੋ, ਵਾਹ ਬਈ ਵਾਹ, ਇਹ ਤਾਂ ਤੂੰ ਨਵੀਂ ਕਹਾਣੀ ਸੁਣਾ ਦਿੱਤੀ ਹੈ, ਉਹਦਾ ਸਵਰਗਵਾਸ ਹੋ ਗਿਆ। ਠੀਕ ਹੈ ਜੀ, 9 ਤਰ੍ਹਾਂ ਦੇ ਤੇ ਪੂਰੇ ਹੋ ਗਏ। ਕਲੀਅਰ। ਤੋ ਜਿਹੜੇ ਤੁਹਾਡੇ ਵਿੱਚੋਂ ਕੋਈ ਐਸਐਸਟੀ ਪੋਲੀਟੀਕਲ ਸਾਇੰਸ ਲੈਕਚਰਰ ਦੇ ਸਟੂਡੈਂਟਸ ਨੇ, ਆਪਣਾ ਟੌਪਿਕ ਵਾਈਜ਼ ਟੈਸਟ ਬੈਚ ਚੱਲ ਰਿਹਾ, ਬਹੁਤ ਅੱਛਾ ਬੈਚ ਹੈ। ਮੈਕਸਿਮਮ ਸਟੂਡੈਂਟਸ ਨੇ ਤੁਹਾਡੇ ਵਿੱਚੋਂ ਜੁਆਇਨ ਕੀਤਾ ਹੀ ਹੋਇਆ। ਠੀਕ ਹੈ, ਜੇ ਤੁਹਾਡੇ ਵਿੱਚੋਂ ਕੋਈ ਹੋਰ ਹੈਗਾ ਬੱਚਾ ਪੋਲੀਟੀਕਲ ਸਾਇੰਸ ਦਾ ਹਜੇ ਪੇਪਰ ਦੇਰ ਹੈ, ਤਿਆਰੀ ਕਰਨਾ ਚਾਹੁੰਦਾ ਹੈ ਤਾਂ ਕਰ ਸਕਦਾ ਹੈ। ਠੀਕ ਹੈ ਜੀ, ਅਸੀਂ 31 ਦਿਨਾਂ ਦੇ ਵਿੱਚ ਲਗਭਗ ਹੁਣ ਸਿਲੇਬਸ ਖਤਮ ਕਰਨ ਦੇ ਨੇੜੇ ਆ। 40 ਡੇਜ਼ ਦਾ ਟਾਰਗੇਟ ਹੀ ਹੁੰਦਾ ਸਿਲੇਬਸ ਹਿੱਟ ਕਰਨ ਦਾ। ਹਾਂ, ਦੇਖੋ ਬੇਅੰਤ ਕੌਰ ਕਹਿ ਰਹੇ ਨੇ, ਹਾਏ ਜੇ ਮੈਂ ਲੈਕਚਰਰ ਹੋਵਾਂ। ਇਹ ਮੈਸੀ ਇੱਛਾ ਨਹੀਂ ਹੈ, ਬਸ ਇਹ ਆਪਾਂ ਤਾਂ ਬਣਨਾ ਹੀ ਹੈ। ਚਲੋ ਹੁਣ ਟੈਸਟ ਕਰੋ, ਦੇਖਦੇ ਆ ਕਿਹੜਾ ਕਿਹੜਾ ਲੈਕਚਰਰ ਬਣਦਾ। ਫਟਾਫਟ ਬੋਲਣਾ, ਪੂਰੀ એનર્ਜੀ ਨਾਲ, ਆਪਦੇ ਤਜਰਬੇ ਦੇ ਆਧਾਰ ਤੇ। ਉਹ ਤਾਂ ਵੱਡੀਆਂ ਵੱਡੀਆਂ ਲਾਈਨਾਂ ਸੀ, ਤਾਂ ਕਰਕੇ ਉਹ ਪਿਆਰ ਨਾਲ ਕਰਨਾ ਹੀ ਪੈਣਾ ਸੀ। ਹੁਣ ਪੂਰਾ ਜ਼ੋਰ ਦਿਖਾਇਆ ਜੀ। ਹੇ ਦਾਤਾ, ਹੇ ਕਰਤਾਰ ਸ਼ਬਦ ਕਿਸ ਪ੍ਰਕਾਰ ਦਾ ਵਿਸਮਿਕ ਹੈ। ਚਲੋ ਬਈ ਬੋਲੋ ਬੇਅੰਤ ਜੀ, ਤੁਹਾਡੀ ਟਾਈਪ ਦਾ ਕੁਐਸਚਨ ਆ ਗਿਆ। ਪਹਿਲੇ ਦਾ, ਫਸਟ ਦਾ, ਹੇ ਦਾਤਾ, ਹੇ ਕਰਤਾਰ, ਕਿਉਂ ਅਸੀਸ ਕਦੋਂ ਦੇ ਰਿਹਾ। ਇੱਛਾ ਰੱਖ ਲਿਓ, ਹੇ ਦਾਤਾ, ਹੇ ਕਰਤਾਰ, ਮੈਂ ਲੈਕਚਰਰ ਹੁੰਦੀ, ਬਣ ਜਾਵਾਂ, ਮੇਰੀ ਤੁਹਾਡੀ ਇੱਛਾ ਨਹੀਂ। ਪਹਿਲੀ ਆਪਸ਼ਨ ਇੱਛਾਵਾਚਕ। ਦੂਜੇ ਦਾ ਵਿਸਮਿਕ ਚਿੰਨ੍ਹ ਕਿਹੜਾ ਹੈ। ਕੁਐਸਚਨ ਨੰਬਰ ਸੈਕਿੰਡ ਦਾ, ਇਹਨਾਂ ਵਿੱਚੋਂ ਕਿਹੜਾ ਵਿਸਮਿਕ ਚਿੰਨ੍ਹ ਹੈ। ਐਕਸਕਲੇਮ ਦਾ ਸਾਈਨ ਕਿਹੜਾ ਹੈ। ਕਿਆ ਹੋ ਗਿਆ, ਰੁਕ ਕਿਉਂ ਗਏ। ਦੂਸਰੇ ਦਾ, ਹਾਂ ਦੂਸਰੇ ਦੀ ਸੀ ਆਪਸ਼ਨ। ਕਿਆ ਬਾਤ ਹੈ, ਫਟਾਫਟ ਬੋਲੋ। ਸ਼ਾਬਾਸ਼, ਖੁਸ਼ ਕੀਤਾ, ਸ਼ਾਬਾਸ਼, ਖੁਸ਼ ਕੀਤਾ ਜੇ, ਸਦਕੇ ਹੋਏ ਤੇਰੇ, ਤੂੰ ਤਾਂ ਮੈਰਿਟ ਦੇ ਵਿੱਚ ਆ ਗਿਆ। ਤੀਸਰੇ ਦਾ, ਫਸਟ ਆਪਸ਼ਨ ਬਿਲਕੁਲ ਸਹੀ, ਬੇਅੰਤ ਕੌਰ ਜੀ, ਪ੍ਰਵੀਨ ਜੀ, ਅਮਨ ਬਰਾੜ ਜੀ, ਕਲਪਨਾ ਕੁਮਾਰੀ ਜੀ। ਚੌਥੇ ਦਾ ਵਿਸਮਿਕ ਚਿੰਨ੍ਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਹਾਂ ਬੇਅੰਤ ਜੀ, ਬਿਲਕੁਲ ਸਹੀ, ਡੀ ਆਪਸ਼ਨ 9 ਤਰ੍ਹਾਂ ਦੇ। ਪ੍ਰਵੀਨ ਜੀ, ਸਿਮਰਨਜੀਤ ਕੌਰ ਜੀ, ਮੀਨਾਕਸ਼ੀ ਭਾਰਤੀ ਜੀ, ਕਲਪਨਾ ਕੁਮਾਰੀ ਜੀ,
बिल्कुल सही है सिमरनजीत कौर जी, बिल्कुल सही, शाबाश। जागदे रहो ठहर जाओ होशियार शब्द किस किस्म दे विस्मिक चिन्ह ਹਨ। पंजवें ਦਾ दूजी ऑप्शन सही है, सही है, सही है, सब ਦਾ सही है। ਹੁਣ ਤਾਂ ਮੈਸੇਜ ਹੀ ਨਹੀਂ ਪੜੇ ਜਾ ਰਹੇ। ਵਿਸਮਿਕ ਸ਼ਬਦ ਚੁਣੋ। ਦੱਸੋ ਇਹਦੇ ਵਿੱਚੋਂ ਵੀ ਕਿਹੜਾ ਵਿਸਮਿਕ ਸ਼ਬਦ ਹੈ? ਛੇਵੇਂ ਦਾ सही है, सही है, सही है। पांच का हाँ, छेवें का डी ऑप्शन वे नी अड़िए, शाबाश। जल्दी जल्दी सीधी नजर मारिया करो। हाय ओए रब्बा अफसोस विस्मिक केड़ी किस्म दा? सतवें दा दूजी ऑप्शन, क्या बात है, शोकवाचक। 8 नंबर बीबा मेरी गल तां सुन, वाक दे विच केड़ा विस्मिक है? 8वें दा। मेरे बोलने के स्टाइल तो ही पता लग जाना चाहिए तुहानू। 8वें दा क्वेश्चन नंबर 8 दा सी ऑप्शन बेअंत कौर जी, बिल्कुल सही। क्या बात है, बिल्कुल सही, सी ऑप्शन संबोधनी। सब तो पहला आंसर बेअंत का ही आ रहा है। उस तो बाद 9 नंबर धुर फिट्टे मूंह लख लांता बेशर्मा शब्द केड़े प्रकार दा? 9वें दा क्वेश्चन नंबर 9 दा हाँ, सिमरनजीत जी बिल्कुल सही है। अमन बराड़ जी बिल्कुल सही है। फिटकारवाचक 10वें दा वाह किन्ना सोहना मौसम है, वाक दे विच केड़े विस्मिक चिन्ह दी वरतों होई है? आज सुरजीत नहीं दिख रहे मुझे। क्वेश्चन नंबर 10 दा क्वेश्चन नंबर 10 दा ना लवप्रीत दिखे मुझे, सी ऑप्शन प्रशंसावाचक, बिल्कुल सही। असीसवाचक विस्मिक 11 दा क्वेश्चन नंबर 11 दा क्वेश्चन नंबर 11 दा फर्स्ट ऑप्शन बेअंत जी, बिल्कुल सही है। मीनाक्षी भारती जी पहली ऑप्शन आ जाएगी। असीसवाचक जियोंदे रहो, जुग जुग जियो, बुढ़ सुहागन हो, जवानियां मानो। ठीक है, पहली ऑप्शन। 12 दा आओ जी, ये आया जी, आया नू धन भाग किस प्रकार दे ने? 12 दा सी ऑप्शन बेअंत जी, बिल्कुल सही है। सिमरन जी, बेअंत जी, मीनाक्षी भारती जी, शायद अमन का भी विचों टप गया, हाँ अमन बराड़ जी। 12 का सी ऑप्शन आदर सूचक प्रशंसावाचक विस्मिक चुनो, प्रशंसावाचक। 13 का फर्स्ट ऑप्शन सिमरन जी, बिल्कुल सही है। अमन, प्रवीण जी, मीनाक्षी भारती जी, सब का सही है। 13 का पहली ऑप्शन। 14 है एक ही हो गया, वाक केड़ी प्रकार का विस्मिक है? 14 का डी हाँ, सिमरन जी बिल्कुल सही। मीनाक्षी भारती, अमन बराड़, बेअंत कहां भाग गए? 14 का चौथी ऑप्शन हैरानीवाचक। 15 का इच्छा प्रगट करने के लिए केड़े विस्मिक वरते जाते हैं? 15 का क्वेश्चन नंबर 15 का इच्छा प्रगट करने लिए हाँ, पहली ऑप्शन, क्या बात है, काश जे हे दाता। 16 का काश मैं अमीर हुंदा, वाक विच केड़ा विस्मिक चिन्ह है? 16 का फटाफट फटाफट हाँ जी, प्रवीण जी, सब तो पहले प्रवीण का आंसर आया, फिर बेअंत दा, सिमरन दा, मीनाक्षी भारती। 16 का फर्स्ट ऑप्शन। 17 का संबोधनी विस्मिक चुनो, संबोधनी विस्मिक चुनो। 17 का पहली ऑप्शन बिल्कुल सही। वे नी इतबे आराम नाल वे बीबा आगे करता। 18 का जेड़े शब्द मन की खुशी गमी हैरानी भाव प्रगट करना उन्होंने किया जाता है? 18 का चौथी ऑप्शन, क्या बात है, बहुत अच्छा। सिमरनजीत जी ने सब तो पहले जवाब दिता, फिर बेअंत कौर ने। ठीक है जी, चलो थैंक यू सो मच।